ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਏ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਅਬ ਸੁਨੀਏ ਜੇ ਗਏ ਪਠਾਨ, ਫਤਿਹ ਸ਼ਾਹ ਉਤਰਿਓ ਜੇ ਸਥਾਨ। ਕੇਤਿਕ ਦੂਰ ਸਿਵਰ ਕਹੋ ਘਾਲਾ, ਹਾਏ ਲਿਆਏ ਮਿਲ ਇੱਕ ਥਲ ਜਾਲਾ। ਅਬ ਸੁਨੀਏ ਜੇ ਗਏ ਪਠਾਨ। ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਧੰਨ ਧੰਨ ਸਤਿਗੁਰੂ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਸਤਿਗੁਰੂ ਜੀ ਨੇ ਆਪਾਂ ਸਾਰਿਆਂ ਉੱਤੇ ਕਿਰਪਾ ਦਇਆ ਰਹਿਮਤ ਬਖਸ਼ਿਸ਼ ਕੀਤੀ ਹੈ। ਆਪਾਂ ਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਮੌਕਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਰਾਗੀ ਸਿੰਘਾਂ ਕੋਲੋਂ ਆਪ ਜੀ ਨੇ ਸਰਵਣ ਕੀਤਾ। ਸ਼੍ਰੀ ਮੁੱਖ ਵਾਕ ਪਾਤਸ਼ਾਹੀ ਪੰਜਵੀਂ। ਚਤੁਰ ਦਿਸ਼ਾ ਕੀਨੋ ਬਾਲੇ ਆਪਣਾ, ਸਿਰ ਊਪਰ ਕਰ ਧਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ। ਦਇਆਲ ਪੁਰਖ ਬਖਸ਼ੰਦ ਰਹਾਓ। ਜੋ ਮੰਗਹਿ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੈ। ਆਪ ਜੀ ਬੜੇ ਹੀ ਪਿਆਰ ਨਾਲ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰ ਰਹੇ ਸੀ।
ਹੁਣ ਲੜੀਵਾਰ ਕਥਾ ਵਿੱਚ ਸੁਰਤੀਆਂ ਬਿਰਤੀਆਂ ਜੋੜੀਏ। ਸਭ ਸੰਗਤ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਕਥਾ ਆਪਾਂ ਸੰਗਤਾਂ ਪਿਆਰ ਨਾਲ ਸਰਵਣ ਕਰ ਰਹੇ ਹਾਂ। ਮਹਾਰਾਜ ਜੀ ਪਾਉਂਟਾ ਸਾਹਿਬ ਦੀ ਧਰਤੀ ਤੇ ਹਨ। ਪਠਾਨ ਜਿਹੜੇ ਹਨ 400 ਪਠਾਨ ਜੰਗ ਬਾਰੇ ਸੁਣ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਾਲੇ ਖਾਂ ਜਿਹੜਾ ਹੈ ਉਹ ਵੀ ਹੈ ਪਠਾਨ ਹੈ, ਪਰ ਉਹ ਜਾਣਾ ਨਹੀਂ ਚਾਹੁੰਦਾ ਜੀ। ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿਣਾ ਚਾਹੁੰਦਾ। ਵੇਖੋ ਹੈ ਤੇ ਉਹ ਵੀ ਪਠਾਨ ਹੀ ਹੈ ਜੀ, ਤੇ ਜਿਹੜੇ 400 ਜਾਣ ਨੂੰ ਤਿਆਰ ਨੇ ਉਹ ਵੀ ਪਠਾਨ ਹੈ। ਬਸ ਜਿਹਦੇ ਤੇ ਰੱਬ ਦੀ ਮਿਹਰ ਹੋਵੇ ਸਾਧ ਸੰਗਤ ਜੀ। ਵੇਖੋ ਇਹ ਤੇ ਪਠਾਨ ਪੂਰੀ ਕੌਮ ਦੀ ਗੱਲ ਹੈ। ਪਰਿਵਾਰ ਵਿੱਚ 10 ਜੀ ਹੋਣ, 10 ਦੀ ਸੋਚ ਨਹੀਂ ਰਲਦੀ ਆਪਸ ਵਿੱਚ ਜੀ। ਉਹਨਾਂ ਦੀ ਆਪਸ ਵਿੱਚ ਨਹੀਂ ਰਲਦੀ, ਆਪਾਂ ਕੀ ਕਹਿ ਸਕਦੇ ਹਾਂ ਜੀ। ਗੁਰੂ ਸਾਹਿਬ ਜੀ ਨੇ ਸੰਗੋ ਸ਼ਾਹ ਜੀ ਨੂੰ ਭੇਜਿਆ ਵੀ ਪਠਾਨਾਂ ਨੂੰ ਸਮਝਾਓ। ਇਹ ਵੀ ਕਿਹਾ ਵੀ ਇੱਕ ਇੱਕ ਢਾਲ ਮਾਇਆ ਦੀ ਭਰ ਕੇ ਦੇਵਾਂਗੇ। ਪਰ ਸਾਧ ਸੰਗਤ ਜੀ ਪਠਾਨ ਇੰਨੇ ਜ਼ਿਆਦਾ ਹੰਕਾਰੀ ਹੋ ਗਏ, ਉਹ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ ਗੱਲਾਂ ਕਰਨ ਲੱਗ ਪਏ ਜੀ। ਜੋ ਉਹਨਾਂ ਮੂਰਖਾਂ ਨੇ ਗੱਲਾਂ ਕੀਤੀਆਂ ਉਹ ਆਪਾਂ ਨਾ ਦੁਹਰਾਈਏ ਜੀ। ਕਾਲੇ ਖਾਂ ਰਹਿ ਪਿਆ ਸਾਧ ਸੰਗਤ ਜੀ। ਗੁਰੂ ਸਾਹਿਬ ਨੂੰ ਗੁਰਸਿੱਖਾਂ ਨੇ ਦੱਸਿਆ, ਮਹਾਰਾਜ ਕਾਲੇ ਖਾਂ ਪਠਾਨ ਉਹ ਨਹੀਂ ਗਿਆ, ਬਾਕੀ ਚਲੇ ਗਏ, ਉਹਦੇ ਨਾਲ 100 ਸਿਪਾਹੀ ਨੇ। ਗੁਰੂ ਸਾਹਿਬ ਨੇ ਜਦੋਂ ਇਹ ਗੱਲ ਸੁਣੀ ਤੇ ਭਾਈ ਨੰਦ ਚੰਦ ਮਹਾਰਾਜ ਦੇ ਦੀਵਾਨ, ਉਹ ਕਹਿੰਦੇ ਮਹਾਰਾਜ ਹੁਣ ਇਹਨਾਂ ਤੁਰਕਾਂ ਦਾ ਭਰੋਸਾ ਨਹੀਂ ਕਰਨਾ ਚਾਹੀਦਾ। ਮਹਾਰਾਜ ਨੇ ਕਾਲੇ ਖਾਂ ਨੂੰ ਸੁਨੇਹਾ ਪਹੁੰਚਾਇਆ ਵੀ ਕਾਲੇ ਖਾਂ ਤੂੰ ਹੁਣ ਚਲੇ ਜਾ। ਕਾਲੇ ਖਾਂ ਕਹਿਣ ਲੱਗਾ ਮਾਇਆ ਭਾਵੇਂ ਮੈਨੂੰ ਨਾ ਦਿਓ, ਤਨਖਾਹ ਭਾਵੇਂ ਮੈਨੂੰ ਨਾ ਦਿਓ, ਹੁਣ 100 ਸਿਪਾਹੀ ਮੇਰੇ ਨਾਲ ਹੈ। ਜਦੋਂ ਜੰਗ ਹੋਏਗੀ ਸਭ ਤੋਂ ਅੱਗੇ ਲੜ ਕੇ ਮੈਂ ਸ਼ਹੀਦ ਹੋਵਾਂਗਾ। ਮੈਂ ਨਹੀਂ ਗੁਰੂ ਜੀ ਦੇ ਕੋਲੋਂ ਜਾਣਾ। ਗੁਰੂ ਜੀ ਦਾ ਲੂਣ ਖਾਧਾ ਹੈ, ਨਮਕ ਖਾਧਾ ਹੈ, ਤੇ ਨਮਕ ਖਾ ਕੇ ਹਰਾਮ ਨਹੀਂ ਕਰਨਾ, ਹਲਾਲ ਕਰਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਸਿੱਖ ਨੇ ਆ ਕੇ ਦੱਸਿਆ, ਸੱਚੇ ਪਾਤਸ਼ਾਹ ਕਾਲੇ ਖਾਂ ਨਹੀਂ ਜਾਂਦਾ। ਗੁਰੂ ਸਾਹਿਬ ਬੜੇ ਖੁਸ਼ ਹੋਏ ਜੀ। ਮਹਾਰਾਜ ਨੇ ਕਾਲੇ ਖਾਂ ਨੂੰ ਆਪਣੇ ਕੋਲ ਸੱਦਿਆ, ਸਤਿਕਾਰ ਨਾਲ ਲਾਗੇ ਬਿਠਾਇਆ, ਸੋਨੇ ਦੇ ਕੰਗਣ ਸਰੋਪਾ ਦਿੱਤਾ, ਤੇ ਕਾਲੇ ਖਾਂ ਨੂੰ ਮਹਾਰਾਜ ਨੇ ਬਚਨ ਕੀਤਾ, ਕਾਲੇ ਖਾਂ ਅਸੀਂ ਤੇਰੇ ਤੇ ਬੜੇ ਹੀ ਖੁਸ਼ ਹਾਂ, ਬੜੇ ਹੀ ਖੁਸ਼ ਹਾਂ। ਜਿਸ ਤੂੰ ਨਮਕ ਦੀ ਗੱਲ ਕਰਦਾ ਹੈ, ਤੂੰ ਨਮਕ ਹਰਾਮ ਨਹੀਂ, ਤੂੰ ਨਮਕ ਹਲਾਲ ਹੀ ਹੈ। ਮਹਾਰਾਜ ਕਹਿਣ ਲੱਗੇ ਤੂੰ ਨਮਕ ਹਲਾਲ ਹੈ। ਤੇਰੀ ਸੇਵਾ, ਤੇਰੀ ਭਾਵਨਾ, ਛਕਿਆ ਹੋਇਆ ਲੂਣ, ਲੰਗਰ ਪ੍ਰਸ਼ਾਦਾ ਸਭ ਕੁਝ ਪ੍ਰਵਾਨ ਹੈ। ਪਰ ਹੁਣ ਤੂੰ ਸਾਡੀ ਲੈਣੀ ਹੈ ਖੁਸ਼ੀ। ਸਾਡੀ ਪੂਰੀ ਪੂਰੀ ਖੁਸ਼ੀ ਤੇਰੇ ਤੇ ਹੈ। ਹੁਣ ਤੂੰ ਇੱਥੋਂ ਚਲੇ ਜਾ। ਆਖੋ ਸ੍ਰੀ ਵਾਹਿਗੁਰੂ। ਕਾਲੇ ਖਾਂ ਦਾ ਜੀ ਤੇ ਨਹੀਂ ਸੀ ਕਰਦਾ ਜਾਣ ਨੂੰ, ਪਰ ਮਹਾਰਾਜ ਦਾ ਬਚਨ ਹੈ ਜੀ। ਸਤਿਗੁਰੂ ਜੀ ਦਾ ਬਚਨ ਨਹੀਂ ਕਾਲੇ ਖਾਂ ਮੋੜ ਸਕਦਾ ਜੀ। ਕਾਲੇ ਖਾਂ ਨੇ ਕਿਹਾ ਮਹਾਰਾਜ ਸਤ ਬਚਨ ਹੈ, ਮੈਂ ਆਪ ਜੀ ਦਾ ਬਚਨ ਨਹੀਂ ਮੋੜ ਸਕਦਾ, ਪਰ ਮੇਰੀ ਵੀ ਇੱਕ ਬੇਨਤੀ ਹੈ ਕਿ ਮੈਂ ਉਹਨਾਂ 400 ਦੇ ਵਿੱਚ ਨਹੀਂ ਰਲਣਾ ਜਾ ਕੇ। ਮਹਾਰਾਜ ਮੈਂ ਵੱਖ ਰਵਾਂਗਾ। ਮਹਾਰਾਜ ਕਹਿਣ ਲੱਗੇ ਉਹ ਤੇਰੀ ਜਿਵੇਂ ਖੁਸ਼ੀ ਹੈ। ਸਾਧ ਸੰਗਤ ਜੀ ਉਹ ਵੱਖ ਰਹਿਣ ਲੱਗ ਪਿਆ। ਵੇਖੋ ਗੁਰੂ ਸਾਹਿਬ ਦੀ ਬੜੀ ਦੀਰਘ ਸੋਚ ਹੈ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਹੁਣ ਗੁਰੂ ਸਾਹਿਬ ਤੋਂ ਬੇਮੁਖ ਹੋਏ ਜਿਹੜੇ 400 ਨੇ, ਉਹਨਾਂ ਦਾ ਹਾਲ ਕੀ ਹੋਣਾ ਇਹ ਕਾਲੇ ਖਾਂ ਆਪਣੀਆਂ ਅੱਖਾਂ ਨਾਲ ਵੇਖੇਗਾ ਜੀ। ਅੱਖਾਂ ਨਾਲ ਵੇਖੇਗਾ। ਹੋ ਸਕਦਾ ਸੀ ਕਾਲੇ ਖਾਂ ਜੰਗ 'ਚ ਸ਼ਹੀਦ ਹੋ ਜਾਂਦਾ ਜੀ। ਜੇ ਸ਼ਹੀਦ ਹੋ ਜਾਂਦਾ ਉਹਨਾਂ 400 ਨੇ ਬੋਲਣਾ ਸੀਗਾ, ਹਾਂਜੀ ਵੀ ਐਵੇਂ ਹੀ ਉੱਥੇ ਰਹਿ ਪਿਆ, ਖਾਮ ਖਾਈ ਮਰ ਗਿਆ। ਪਰ ਮਹਾਰਾਜ ਨੇ ਇਹ ਕੁਝ ਨਹੀਂ ਹੋਣ ਦਿੱਤਾ ਜੀ। ਗੁਰੂ ਸਾਹਿਬ ਦੀ ਸੋਚ ਬੜੀ ਲੰਮੀ ਸਾਧ ਸੰਗਤ ਜੀ, ਬੜੀ ਹੀ ਲੰਮੀ ਹੈ ਸੋਚ ਸੱਚੇ ਪਾਤਸ਼ਾਹ ਗਰੀਬ ਨਵਾਜ਼ ਮਹਾਰਾਜ ਜੀ ਦੀ। ਸੋ ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ।
ਕਾਲੇ ਖਾਂ ਮਹਾਰਾਜ ਕੋ ਆਗਿਆ ਲੈ ਕੇ ਚਲੇ ਗਿਆ। ਚੇਤਾ ਰੱਖਿਓ, ਸਾਰੇ ਪਠਾਨ ਮਾੜੇ ਨਹੀਂ ਸੀ ਹੈਗੇ ਜੀ। ਆਪਾਂ ਕਹਿ ਤਾਂ ਦਿੰਦੇ ਆ ਵੀ ਜੰਗ ਵਿੱਚ ਪਠਾਨ ਭੱਜ ਗਏ, ਪਰ ਸਾਰੇ ਮਾੜੇ ਨਹੀਂ ਸੀ ਹੈਗੇ। ਕਾਲੇ ਖਾਂ ਵਰਗੇ ਚੰਗੇ ਵੀ ਹੈਗੇ ਸੀਗੇ ਜੀ। ਆਖੋ ਸ੍ਰੀ ਵਾਹਿਗੁਰੂ। ਮੇਰੀ ਆਪਣੀ ਨਿੱਜੀ ਇਹ ਰਾਏ ਹੈ, ਆਪਣਾ ਨਿੱਜੀ ਤਜਰਬਾ ਹੈ ਕਿ ਮਾੜਿਆਂ ਦੀ ਗੱਲ ਘੱਟ ਤੇ ਚੰਗਿਆਂ ਦੀ ਜ਼ਿਆਦਾ ਕਰਨੀ ਚਾਹੀਦੀ ਹੈ ਜੀ। ਕਿਉਂ ਜੀ? ਚੰਗਿਆਂ ਦੀ ਗੱਲ ਕਰਦਿਆਂ ਕਰਦਿਆਂ ਚੰਗਿਆਂ ਦੀ ਚੰਗਿਆਈ ਦਾ ਅਸਰ ਦਿਲ ਉੱਤੇ ਹੁੰਦਾ ਹੈ, ਤੇ ਜੇ ਮਾੜਿਆਂ ਦੀ ਕਰਾਂਗੇ ਭੱਜ ਗਏ ਭੱਜ ਗਏ ਭੱਜ ਗਏ ਭੱਜ ਗਏ, ਤੇ ਫਿਰ ਉਹਦਾ ਅਸਰ ਸਾਡੇ ਦਿਲ ਉੱਤੇ ਹੋਏਗਾ ਜੀ। ਕਾਲੇ ਖਾਂ ਬਹੁਤਾ ਹੀ ਸ਼ਰਧਾਲੂ ਸੱਚੇ ਪਾਤਸ਼ਾਹ ਜੀ ਦਾ ਜੀ। ਉਧਰ ਪੀਰ ਬੁੱਧੂ ਸ਼ਾਹ ਜੀ ਵੀ ਤਿਆਰ ਹੋ ਗਏ ਜਦੋਂ ਉਹਨਾਂ ਨੂੰ ਖਬਰ ਮਿਲੀ। ਹੁਣ ਅੱਗੋਂ ਕੀ ਕਥਾ ਹੈ ਉਹ ਆਪਾਂ ਸਰਵਣ ਕਰੀਏ। ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਅਬ ਸੁਣੀਏ ਜੇ ਗਏ ਪਠਾਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਉਹਨਾਂ ਦਾ ਸੁਣੋ ਜਿਹੜੇ ਪਠਾਨ ਸਤਿਗੁਰੂ ਜੀ ਨੂੰ ਛੱਡ ਕੇ ਗਏ ਸਨ। ਫਤਿਹ ਸ਼ਾਹ ਉਤਰਿਓ ਜਿਸ ਥਾਨ। ਉਹ ਉਸ ਥਾਂ ਉੱਤੇ ਗਏ ਸਾਰੇ ਇਕੱਠੇ ਹੋ ਕੇ, ਜਿਸ ਥਾਂ ਰਾਜਾ ਫਤਿਹ ਸ਼ਾਹ ਬੈਠਾ ਸੀ। ਕੇਤਿਕ ਦੂਰ ਸਿਵਰ ਕਹੁ ਘਾਲਾ। ਕੁਝ ਦੂਰੀ ਉੱਤੇ ਉਹਨਾਂ ਨੇ ਆਪਣਾ ਪੜਾ ਲਾ ਲਿਆ। ਹਾਏ ਲਗਾਏ ਮਿਲ ਇੱਕ ਥਲ ਜਾਲਾ। ਘੋੜੇ ਇੱਕ ਪਾਸੇ ਲਾ ਕੇ ਉਹ ਸਾਰੇ ਪਠਾਨ ਇਕੱਠੇ ਹੋਏ। ਸ਼ਸਤਰਨ ਸਹਿਤ ਸਭਾ ਕਉ ਗਏ। ਤੇ ਐਨ ਹਥਿਆਰ ਸਜਾਏ, ਸ਼ਸਤਰ ਸਜਾਏ, ਸਾਰੇ ਪਠਾਨ ਇਕੱਠੇ ਹੋ ਕੇ ਉਸ ਪਾਸੇ ਨੂੰ ਤੁਰ ਪਏ। ਗੁਰਦਰੋਹੀ ਜਹ ਇਕੱਠੇ ਭਏ। ਕੂੜਿਆਰ ਕੂੜਿਆਰੀ ਜਾਏ ਰਲ ਹੈ। ਜਿੱਥੇ ਫਤਿਹ ਸ਼ਾਹ ਬੈਠਾ ਸੀ ਗੁਰੂ ਘਰ ਦਾ ਨਿੰਦਕ ਦਰੋਹੀ, ਉੱਥੇ ਇਹ ਵੀ ਪਹੁੰਚ ਗਏ। ਫਤਿਹ ਸ਼ਾਹ ਥਿਤ ਸਭਾ ਮਝਾਰੀ। ਫਤਿਹ ਸ਼ਾਹ ਅੱਗੇ ਜਾਂਦਿਆਂ ਨੂੰ ਸਭਾ ਦੇ ਵਿੱਚ ਬੈਠਾ ਸੀ। ਜੋ ਸਭ ਵਿਧ ਠਾਨਤ ਰਣ ਤਿਆਰੀ। ਉਹ ਹੁਣ ਯੁੱਧ ਦੀ ਤਿਆਰੀ ਕਰਵਾ ਰਿਹਾ ਸੀ। ਯੁੱਧ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਸਨ। ਕਈ ਹਜ਼ਾਰ ਪਹਾੜੀ ਵੀਰ। ਕਈ ਹਜ਼ਾਰ ਪਹਾੜੀ ਯੋਧੇ ਸੂਰਮੇ ਉੱਥੇ ਇਕੱਠੇ ਸਨ। ਧਰੇ ਤੁਪਕ ਤੋਮਰ ਅਸਤੀਰ। ਜਿਨ੍ਹਾਂ ਨੇ ਬੜੀਆਂ ਬੜੀਆਂ ਬੰਦੂਕਾਂ, ਨੇਜੇ, ਤੀਰ ਫੜੇ ਹੋਏ ਸਨ। ਝੁਕ ਸਲਾਮ ਕਰ ਥਿਰੇ ਅਗਾਰੀ। ਤੇ ਇਹ ਸਾਧ ਸੰਗਤ ਜੀ ਜਾ ਕੇ ਫਤਿਹ ਸ਼ਾਹ ਨੂੰ ਸਲਾਮ ਕਰਦੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਇਹਨਾਂ ਦਾ ਕੀ ਹੈ, ਕਦੀ ਨਰੰਗੇ ਨੂੰ ਸਲਾਮਾਂ ਕਰਦੇ ਸੀ, ਕਦੀ ਸਤਿਗੁਰੂ ਜੀ ਨੂੰ ਕੀਤੀਆਂ, ਹੁਣ ਇਹ ਫਤਿਹ ਸ਼ਾਹ ਨੂੰ ਕਰਨ ਦੇ। ਅਪਰਾਧੀ ਦੂਣਾ ਨਿਵੈ ਵਾਲੀ ਗੱਲ ਹੈ ਇਹਨਾਂ ਦੀ। ਝੁੱਕ ਝੁੱਕ ਸਲਾਮਾਂ ਕੀਤੀਆਂ। ਸਾਦਰ ਭੂਪਤ ਗਿਰਾ ਉਚਾਰੀ। ਫਤਿਹ ਸ਼ਾਹ ਨੂੰ ਬੜੀ ਰਿਸਪੈਕਟ ਆਦਰ ਨਾਲ ਪਠਾਨ ਕਹਿਣ ਲੱਗੇ। ਸਭ ਬੈਠਾਵਨ ਕਰੇ ਸਮੀਪ। ਪਹਿਲਾਂ ਫਤਿਹ ਸ਼ਾਹ ਕਹਿਣ ਲੱਗਾ ਵੀ ਇਹਨਾਂ ਨੂੰ ਬਿਠਾਓ ਮੇਰੇ ਲਾਗੇ। ਸਤਕਾਰ ਨਾਲ ਲਾਗੇ ਬਿਠਾਇਆ। ਹਰਖਤ ਬੁੱਝਣ ਲੱਗਿਓ ਮਹੀਪ। ਫਤਿਹ ਸ਼ਾਹ ਇਸ ਗੱਲੋਂ ਖੁਸ਼ ਹੋ ਗਿਆ ਵੀ ਗੁਰੂ ਦੀ ਫੌਜ ਟੁੱਟ ਗਈ ਹੈ। ਖੁਸ਼ ਹੋ ਕੇ ਪੁੱਛਣ ਲੱਗਾ, ਗੁਰ ਕੰਨੇ ਕੇਤਿਕ ਦਲ ਰਹਿਓ। ਕਹਿੰਦਾ ਵੀ ਗੁਰੂ ਸਾਹਿਬ ਕੋਲ, ਉਹ ਤੇ ਕੱਲਾ ਹੀ ਗੁਰੂ ਕਹਿੰਦਾ ਸੀ, ਹੁਣ ਸਾਡੇ ਮੂੰਹੋਂ ਨਹੀਂ ਨਿਕਲਦਾ ਜੀ। ਕਹਿੰਦਾ ਗੁਰੂ ਸਾਹਿਬ ਕੋ ਕਿੰਨੀ ਕੁ ਫੌਜ ਰਹਿ ਗਈ ਹੈ। ਤੁਮਨੇ ਭੇਤ ਕਹੋ ਕਿਮ ਲਾਇਓ। ਤੁਸੀਂ ਕੀ ਭੇਤ ਜਾਣਿਆ? ਤੁਸੀਂ ਉੱਥੇ ਰਹਿੰਦੇ ਰਹੇ ਹੋ, ਉੱਥੇ ਹੁਣ ਫੌਜ ਦਾ ਕੀ ਮਾਹੌਲ ਹੈ? ਲਰਹਿ ਕਿ ਨਹਿ ਚਹ ਮੋੜ ਅਗਾਰੀ। ਫਿਰ ਪੜੋ। ਲਰਹਿ ਕਿ ਨਹਿ ਚੜ ਮੋਰ ਅਗਾਰੀ। ਮਹਾਰਾਜ ਲੜਨਗੇ, ਚੜਾਈ ਕਰਨਗੇ ਸਾਡੇ ਉੱਤੇ। ਹਾਂਜੀ। ਤੁਮਰੇ ਉਠੇ ਹੋਏ ਧ੍ਰਿਤ ਹਾਰੀ। ਕਿ ਕਿਤੇ ਉੱਠ ਕੇ ਚਲੇ ਜਾਣਗੇ। ਤੁਸੀਂ ਉੱਥੇ ਰਹੇ ਹੋ, ਤੁਹਾਡੇ ਆਇਆ ਹੌਸਲਾ ਹਾਰ ਗਏ ਆ ਕਿ ਅਜੇ ਹੌਸਲਾ ਉਵੇਂ ਹੀ ਆ ਉਹਨਾਂ ਦਾ?
ਕੇਤਕ ਸੁਭਟ ਲਰਨ ਕਉ ਗਾਡੇ। ਕਿੰਨੇ ਕੁ ਵੱਡੇ ਸੂਰਮੇ ਨੇ ਮਹਾਰਾਜ ਕੋਲ। ਹਾਂਜੀ, ਰਣ ਕੇ ਪਰੇ ਰਹੈ ਤਹ ਠਾਂਡੇ। ਵੀ ਜੇ ਜੰਗ ਹੋਵੇ ਉਹ ਅੜੇ ਰਹਿਣ, ਛੇਤੀ ਨਾ ਮਰਨ। ਇਹੋ ਜਿਹੇ ਕਿੰਨੇ ਕੁ ਨੇ ਮਹਾਰਾਜ ਕੋਲ। ਗੁਰ ਕੋ ਭੀ ਉਤਸ਼ਾਹੋ ਨਿਹਾਰਾ। ਤੇ ਮਹਾਰਾਜ ਦਾ ਉਤਸ਼ਾਹ ਕਿੰਨਾ ਕੁ ਹੈਗਾ ਕਹਿਣ ਲੱਗਾ। ਹਾਂਜੀ, ਜਬ ਉਠ ਆਵਨ ਭਇਓ ਤੁਮਾਰਾ। ਜਦੋਂ ਤੁਸੀਂ ਉੱਠ ਕੇ ਆ ਗਏ, ਛੱਡ ਕੇ ਆ ਗਏ, ਉੱਥੇ ਗੁਰੂ ਦੀਆਂ ਫੌਜਾਂ ਵਿੱਚ ਕੀ ਮਾਹੌਲ ਸੀ। ਭੀਖਨ ਖਾਨ ਤਨਕ ਮੁਸਕਾਵਤ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਦੁਸ਼ਟ ਲੂਣ ਹਰਾਮੀ ਭੀਖਨ ਖਾਂ ਥੋੜਾ ਜਿਹਾ ਮੁਸਕਰਾਇਆ ਤੇ ਕਹਿਣ ਲੱਗਾ, ਗੁਰ ਘਰ ਕੋ ਸਭ ਭੇਵ ਬਤਾਵਤ। ਜੋ ਇਹਨਾਂ ਮੂਰਖਾਂ ਨੇ ਵੇਖਿਆ ਸੀ ਆਪਣੇ ਹਿਸਾਬ ਨਾਲ ਦੱਸਣਗੇ, ਆਪਣੇ ਹਿਸਾਬ ਨਾਲ ਜੀ। ਚੇਤਾ ਰੱਖਿਓ, ਲਾਲਚੀ ਬੰਦੇ ਦੀ ਗੱਲ ਤੇ ਵੀ ਕੋਈ ਭਰੋਸਾ ਨਹੀਂ ਕਰਨਾ ਚਾਹੀਦਾ ਜੀ। ਜਿਹੜਾ ਲਾਲਚੀ ਹੈ ਜੀ, ਉਹਨੇ ਆਪਣੇ ਹਿਸਾਬ ਨਾਲ ਹੀ ਗੱਲ ਕਰਨੀ ਜੀ। ਹਾਂਜੀ, ਗੁਰ ਘਰ ਅਪਰ ਸੈਨ ਹੈ ਕਹਾਂ। ਕਹਿਣ ਲੱਗੇ, ਲੈ ਉੱਥੇ ਹੁਣ ਕਿਹੜੀ ਸੈਨਾ ਹੈਗੀ ਹੈ, ਉੱਥੇ ਤਾਂ ਸੈਨਾ ਹੀ ਨਹੀਂ ਕੋਈ ਹੈਗੀ। ਹਾਂਜੀ, ਪਿੱਖ ਖਾਨਨ ਢਿਗ ਲਰ ਬੇਚਾਹਾ। ਮਹਾਰਾਜ ਤਾਂ ਸਾਡੇ ਆਸਰੇ ਲੜਨਾ ਚਾਹੁੰਦੇ ਸੀ, ਵੀ ਸਾਡੇ ਕੋਲ ਪਠਾਨ ਹੈ, ਪਠਾਨਾਂ ਦੇ ਸਿਰ ਲੜਨਾ ਚਾਹੁੰਦੇ ਸੀਗੇ। ਸੋ ਹਮ ਸਭ ਹੀ ਉੱਠ ਚੱਲ ਆਏ। ਹੁਣ ਉਹ ਪਠਾਨ ਅਸੀਂ ਸਾਰੇ ਉੱਠ ਕੇ ਆ ਗਏ ਆ। ਹਿਤ ਰਾਖਨ ਕੇ ਬਹੁਤ ਅਲਾਏ। ਤੇ ਕਹਿੰਦਾ ਹੋਰ ਸੁਣ ਲਓ, ਸਾਨੂੰ ਰੱਖਣ ਵਾਸਤੇ ਬੜਾ ਉਹਨਾਂ ਨੇ ਆਖਿਆ, ਰਹਿ ਪੋ ਰਹਿ ਪੋ। ਵੇਖੋ, ਦਿਆਲੂ ਦਿਆਲਤਾ ਕਰਦਾ, ਪਰ ਕਈ ਵਾਰੀ ਜਿਹਦੇ ਉੱਤੇ ਦਿਆਲੂ ਦਿਆਲਤਾ ਕਰਦਾ ਉਹ ਸਮਝਦਾ ਸ਼ਾਇਦ ਮੇਰੇ ਤੋਂ ਡਰਦਾ ਹੈ। ਆਖੋ ਸ੍ਰੀ ਵਾਹਿਗੁਰੂ। ਚੰਗੇ ਨੇ ਚੰਗਿਆਈ ਕਰਨੀ ਹੈ, ਬੁਰਾ ਸੋਚਦਾ ਹੈ ਤਾਂ ਚੰਗਿਆਈ ਕਰ ਰਿਹਾ ਕਿਉਂਕਿ ਮੇਰੇ ਤੋਂ ਡਰਦਾ ਹੈ। ਮੇਰੇ ਤੋਂ ਡਰਦਾ ਚੰਗਿਆਈ ਕਰੀ ਜਾਂਦਾ ਜੀ। ਆਪੋ ਆਪਣੇ ਮਨ ਦੇ ਭਾਵ ਹੁੰਦੇ ਆ ਨਾ, ਉਹ ਵੀ ਆਪਣੇ ਮਨ ਦੇ ਭਾਵ ਕਹਿਣ ਲੱਗੇ। ਹਾਂਜੀ, ਅਧਿਕ ਪੰਜ ਗੁਣ ਧਨ ਦੇ ਰਹੇ। ਕਿੱਥੋਂ ਸਾਨੂੰ ਆਉਣ ਦਿੰਦੇ ਸੀ। ਕਹਿੰਦਾ ਸਾਨੂੰ 5 ਗੁਣਾ ਵੱਧ ਮਾਇਆ ਤਨਖਾਹ ਦੇਣੀ ਮਹਾਰਾਜ ਮੰਨ ਗਏ ਸਨ। ਬਾਹਰ ਸਿਪਰ ਭਰ ਔਰਕ ਰਹੇ। ਫਿਰ ਇਹ ਵੀ ਕਿਹਾ ਵੀ ਢਾਲਾਂ ਭਰ ਭਰ ਕੇ ਮਾਇਆ ਦੀਆਂ ਦਵਾਂਗੇ। ਤੁਮ ਤੇ ਤਰਾਸਤ ਤੁਮ ਤੇ ਤਰਸਤ ਵਿਸਾਲ ਬਖਾਨੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਲਾਲਚੀ ਬੰਦਾ ਜਿੱਥੇ ਜਾਏਗਾ ਨਾ ਜੀ, ਉੱਥੋਂ ਦੀ ਵਡਿਆਈ ਕਰੀ ਜਾਏਗਾ ਜੀ। ਕਹਿਣ ਲੱਗਾ, ਫਤਿਹ ਸ਼ਾਹ ਰਾਜਾ, ਮੁੱਕਦੀ ਗੱਲ ਇਹ ਹੈ ਵੀ ਤੇਰੇ ਤੋਂ ਡਰ ਗਏ ਨੇ ਮਹਾਰਾਜ, ਤੇਰੇ ਤੋਂ ਡਰਦੇ ਨੇ। ਹਾਂਜੀ, ਤਾਉ ਹਮਹੋ ਨੇ ਏਕ ਨਾ ਮਾਨੀ। ਤੇ ਸਾਨੂੰ ਡਰਦਿਆਂ ਕੋਲ ਰੱਖਣ ਦਾ ਯਤਨ ਕੀਤਾ, ਪਰ ਅਸੀਂ ਇੱਕ ਵੀ ਨਹੀਂ ਗੱਲ ਮੰਨੀ। ਬਾਕੀ ਦਲ ਖੁਦਾਏ ਕੋ ਨਾਉ। ਉਹ ਕਹਿਣ ਲੱਗਾ, ਚਲੋ ਤੁਸੀਂ ਤੇ ਆ ਗਏ, ਬਾਕੀ ਦਲ ਬਾਰੇ ਤੇ ਦੱਸੋ, ਬਾਕੀ ਫੌਜ ਬਾਰੇ ਤੇ ਦੱਸੋ। ਤੇ ਪਤਾ ਕੀ ਕਹਿੰਦਾ ਜੀ, ਧਿਆਨ ਨਾਲ ਸੁਣਿਓ, ਆਖੋ ਵਾਹਿਗੁਰੂ। ਵਾਹਿਗੁਰੂ। ਕਹਿੰਦਾ ਜੀ, ਬਾਕੀ ਦਲ ਕਾਹਦਾ, ਉਹ ਤੇ ਖੁਦਾ ਦਾ ਹੀ ਨਾਂ ਹੈ। ਜਿਵੇਂ ਆਪਾਂ ਕਹਿੰਦੇ ਨਾ, ਉਹ ਤੇ ਰੱਬ ਦਾ ਹੀ ਨਾਂ ਹੈਗਾ ਜੀ। ਜਿਹੜਾ ਢਿੱਲਾ ਮੱਠਾ ਜਿਹਾ ਹੋਵੇ, ਹਾਂਜੀ, ਇਹ ਲੋਕਾਂ ਦੀ ਗਲਤ ਗੱਲ ਹੈ ਵੈਸੇ, ਉਹਨੂੰ ਕਹਿੰਦੇ ਰੱਬ ਦਾ ਹੀ ਨਾਂ। ਰੱਬ ਦਾ ਨਾਮ ਕਿਤੇ ਢਿੱਲਾ ਮੱਠਾ ਹੈਗਾ ਜੀ। ਹਾਂਜੀ, ਉਹ ਤੇ ਵੱਡਿਆਂ ਵੱਡਿਆਂ ਨੂੰ ਤਗੜਿਆਂ ਕਰਨ ਵਾਲਾ ਜੀ। ਕਹਿਣ ਲੱਗਾ, ਬਾਕੀ ਦਲ ਤੇ ਖੁਦਾ ਦਾ ਹੀ ਨਾਮ ਸਮਝੋ। ਮਿਲੇ ਗਵਾਰ ਲੋਕ ਸਮਦਾਊ। ਉਹ ਕੋਈ ਫੌਜ ਹੈ ਕਹਿੰਦਾ, ਉਹ ਤੇ ਪੇਂਡੂ ਗਵਾਰ ਲੋਕ ਇਕੱਠੇ ਕੀਤੇ ਗੁਰੂ ਜੀ ਨੇ। ਹਸਬੇ ਜੋਗ ਜਾਤ ਤਿਨ ਕੇਰੀ। ਉਹਨਾਂ ਦੀਆਂ ਤੇ ਜਾਤਾਂ ਦੇ ਨਾਮ ਸੁਣ ਸੁਣ ਕੇ ਮੈਨੂੰ ਹਾਸਾ ਆਉਂਦਾ। ਹਉਮੈ ਵਾਲਾ ਨਾ ਜੀ, ਹੰਕਾਰ ਵਾਲਾ ਤਾਂ ਇਹੋ ਜੀਆਂ ਗੱਲਾਂ ਕਰ ਰਿਹਾ ਜੀ। ਮੋਤੇ ਸੁਨੋ ਕਹੋ ਇਸ ਬੇਰੀ। ਕਹਿੰਦਾ ਸੁਣ ਲਓ, ਜਿਹਨੂੰ ਤੁਸੀਂ ਫੌਜ ਫੌਜ ਕਹਿ ਰਹੇ ਜੇ, ਕੀ ਫੌਜ ਹੈ ਗੁਰੂ ਜੀ ਕੋਲ। ਕਨੇ ਜਾਤ ਹੈ ਅਧਿਕ ਗਵਾਰ। ਕਹਿਣ ਲੱਗਾ, ਬਹੁਤੇ ਵੱਡੇ ਵੱਡੇ ਗਵਾਰ ਇਕੱਠੇ ਕੀਤੇ ਹੈ, ਕੋਈ ਵੱਡੀਆਂ ਜਾਤਾਂ ਥੋੜੀ ਉਹਨਾਂ ਦੀਆਂ। ਇਹ ਜਾਤ ਪਾਤ ਬਾਰੇ ਸੋਚਦੇ ਜੇ, ਸਾਡੇ ਸਤਿਗੁਰੂ ਨਹੀਂ ਸੋਚਦੇ ਜੀ। ਹਾਂਜੀ,
ਨਾਈ ਬਾਮਨ ਸੂਦ ਗਵਾ ਸੁਨਾਰ। ਕਹਿਣ ਲੱਗਾ ਸੁਣੋ, ਨਾਈ ਇਕੱਠੇ ਕੀਤੇ ਮਹਾਰਾਜ ਨੇ, ਕੁਝ ਬ੍ਰਾਹਮਣ ਨੇ ਤੇ ਕਈਆਂ ਤੇ ਸ਼ੂਦਰਾਂ ਨੂੰ ਵੀ ਫੌਜ ਵਿੱਚ ਰੱਖਿਆ ਉਹਨਾਂ ਨੇ। ਜਿਨ੍ਹਾਂ ਕੋ ਘਰਾਂ ਦੇ ਕੰਮ ਕਰਾਉਣੇ ਉਹਨਾਂ ਨੂੰ ਫੌਜ 'ਚ ਰੱਖਿਆ ਜੇ, ਤੇ ਸੁਨਿਆਰੇ ਉਹਨਾਂ ਨੂੰ ਫੌਜ 'ਚ ਰੱਖਿਆ ਮਹਾਰਾਜ ਨੇ। ਬਨੀਏ ਰੋੜੇ ਜਾਟ ਲੋਹਾਰ। ਉਹ ਬਾਣੀਆਂ ਨੂੰ ਫੌਜੀ ਬਣਾਇਆ, ਜੱਟਾਂ ਨੂੰ ਫੌਜੀ ਬਣਾਇਆ, ਤੇ ਅਰੋੜਿਆਂ ਨੂੰ ਬਣਾਇਆ, ਫਿਰ ਲੋਹਾਰਾਂ ਨੂੰ ਬਣਾਇਆ। ਹਾਂਜੀ, ਝੀਵਰ ਜਾਤ ਕਲਾਲ ਕੁਮਹਾਰ। ਝੀਵਰਾਂ ਨੂੰ, ਕਲਾਲਾਂ ਨੂੰ, ਕੁਮਿਆਰਾਂ ਨੂੰ ਮਹਾਰਾਜ ਨੇ ਫੌਜ ਬਣਾਇਆ ਆਪਣੀ। ਦੱਸੋ ਇਹ ਕਿੱਡੇ ਕੁ ਯੋਧੇ ਹੁੰਦੇ, ਕਹਿੰਦਾ ਆਖੋ ਵਾਹਿਗੁਰੂ ਵਾਹਿਗੁਰੂ। ਕੌਣ ਦੱਸੇ ਵੀ ਮਹਾਰਾਜ ਨੇ ਇਹਨਾਂ ਨੂੰ ਕਿਹੜੀ ਤਾਕਤ ਬਖਸ਼ ਦਿੱਤੀ ਸਾਧ ਸੰਗਤ ਜੀ। ਹਾਂਜੀ, ਜਿਨ੍ਹਾਂ ਨੂੰ ਇਹ ਨੀਵੇਂ ਕਹਿੰਦੇ ਆ ਨਾ, ਉਹਨਾਂ ਤੋਂ ਡਰ ਡਰ ਭੱਜਣਾ ਇਹਨਾਂ ਨੇ ਜੀ। ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ, ਯਾਦ ਰੱਖੈ ਹਮਰੀ ਗੁਰਿਆਈ। ਕਿ ਏਦਾਂ ਜਾਤਾਂ ਗਣਾਉਂਦੇ ਹਨ। ਖਾਤੀ ਸ਼ੀਂਬੇ ਔਰ ਲੋਬਾਣੇ। ਕਹਿੰਦਾ ਖਾਤੇ, ਛਿੰਬੇ ਤੇ ਲੁਬਾਣੇ। 36 ਜਾਤ ਸਨਾਤ ਇਹ ਪਛਾਣੇ। 36 ਨੀਵੀਆਂ ਜਾਤਾਂ ਜਿਹੜੀਆਂ ਨੇ, ਸਾਰੀਆਂ ਹੀ ਗੁਰੂ ਜੀ ਨੇ ਫੌਜ ਬਣਾ ਦਿੱਤੀ ਹੈ। ਉਹ ਇਹਨਾਂ ਦਾ ਕੰਮ ਹੈ ਲੜਨਾ। ਕਹਿੰਦਾ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਇਹ ਲੜ ਥੋੜੀ ਸਕਦੇ ਹੈ ਵੀ ਸੀ ਜਿਹੜੇ ਕਹਿੰਦੇ ਸੀ ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉਡੇ ਤੇ ਮੈਂ ਡਰ ਜਾਊਂ, ਦੁਸ਼ਮਨ ਸੇ ਕੈਸੇ ਲੜ ਪਾਊਂ। ਅੱਗੋਂ ਬਾਜਾਂ ਵਾਲੇ ਬੋਲੇ 1.25 ਲੱਖ ਸੇ ਏਕ ਲੜਾऊं, ਚਿੜੀਆਂ ਤੇ ਮੈਂ ਬਾਜ ਲੜਾऊं, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਹੁਣ ਇੱਕ ਚਿੜੀ ਹੈ ਦੀ, ਇੱਕ ਬਾਜ। ਇਹ ਪਠਾਨ ਆਪਣੇ ਆਪ ਨੂੰ ਬਾਜ ਸਮਝਦੇ ਆ ਤੇ ਮਹਾਰਾਜ ਦੀਆਂ ਫੌਜਾਂ ਨੂੰ ਚਿੜੀ ਸਮਝਦੇ ਆ। ਪਰ ਹੈਰਾਨੀ ਤਦੋਂ ਹੁੰਦੀ ਹੈ ਜਦੋਂ ਚਿੜੀ ਚੁੰਝ ਮਾਰ ਮਾਰ ਕੇ ਬਾਜ ਨੂੰ ਘਾਇਲ ਕਰ ਦੇਵੇ ਜੀ। ਹਾਂਜੀ, ਜਿਨ੍ਹਾਂ ਨੂੰ ਉਹ ਨੀਵੇਂ ਕਹਿੰਦੇ ਨਾ, ਉਹਨਾਂ ਵਿੱਚ ਸੂਰਮਤਾਈ ਭਰ ਦਿੱਤੀ ਜੀ। ਇਹ ਵਹਿੰਦੇ ਜਾਤ, ਤੇ ਗੁਰੂ ਜੀ ਕਹਿੰਦੇ ਜਾਣਹੁ ਜੋਤ ਨਾ ਪੁੱਛੋ ਜਾਤੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਸੋ ਇਹ ਇਸ ਤਰ੍ਹਾਂ ਨਾ ਮਜ਼ਾਕ ਉਡਾ ਰਿਹਾ ਹੈ। ਅਪਰ ਕਹਾਂ ਲਗ ਕਰੋ ਉਚਾਰ। ਕਹਿੰਦਾ ਹੋਰ ਮੈਂ ਤੁਹਾਨੂੰ ਕੀ ਕੀ ਦੱਸਾਂ ਵੀ ਕਿਹੜੇ ਸਿਪਾਹੀ ਨੇ ਮਹਾਰਾਜ ਕੋਲ। ਹੈ ਹਲਾਲ ਖੁਰ ਨੀਚ ਚੁਮਾਰ। ਹਲਾਲ ਖੋਰ ਚਮਾਰ ਜਿਹੜੇ ਆ, ਉਹਨਾਂ ਨੂੰ ਵੀ ਕਹਿੰਦਾ ਮਹਾਰਾਜ ਨੇ ਫੌਜ 'ਚ ਰੱਖਿਆ। ਇਹਨਾਂ ਦੀ ਨਿਗਾਹ 'ਚ ਚਮਾਰ ਹੋਣਗੇ, ਗੁਰੂ ਸਾਹਿਬ ਦੀ ਨਿਗਾਹ ਵਿੱਚ ਤਾਂ ਮਹਾਰਾਜ ਦੇ ਪਿਆਰੇ ਨੇ। ਕਿਉਂਕਿ ਮਹਾਰਾਜ ਨੇ ਤੇ ਇਹ ਵੇਖਿਆ ਭਾਵਨਾ ਕਿਹੋ ਜਿਹੀ ਹੈ। ਸਤਿਗੁਰੂ ਤੇ ਜਾਤ ਵਹਿੰਦੇ ਹੀ ਨਹੀਂ ਸੀ। ਹਾਂਜੀ, ਪਕਰੀ ਜਾਏ ਨਾ ਕਰ ਤਰਵਾਰੇ। ਕਹਿਣ ਲੱਗਾ ਉਹਨਾਂ ਨੇ ਕੀ ਲੜਨਾ ਹੈ, ਉਹਨਾਂ ਕੋਲ ਤਾਂ ਤਲਵਾਰਾਂ ਵੀ ਨਹੀਂ ਫੜੀਆਂ ਜਾਂਦੀਆਂ। ਨਹਿ ਜਾਣ ਹੈ ਕਿਮਤੋਂ ਮਰਤਾਰੇ। ਬੰਦੂਕ ਕਿਵੇਂ ਫੜਨੀ ਹੈ, ਨੇਜਾ ਕਿਵੇਂ ਫੜਨਾ ਹੈ, ਉਹਨਾਂ ਨੂੰ ਪਤਾ ਹੀ ਕੁਛ ਨਹੀਂ। ਤੀਰ ਤੁਫੰਗ ਪ੍ਰਹਾਰਨ ਜੋਏ। ਨਾ ਤੀਰ ਚਲਾਉਣਾ ਆਉਂਦਾ, ਨਾ ਗੋਲੀ ਚਲਾਉਣੀ ਆਉਂਦੀ। ਉਹਨਾਂ ਨੇ ਕੀ ਜੰਗ ਕਰਨਾ। ਇਹ ਵਿਦਿਆ ਤਿਨ ਤੇ ਕਿਮ ਹੋਏ। ਇਹ ਜੰਗ ਦੀ ਵਿਦਿਆ ਛੋਟੀ ਥੋੜੀ ਹੁੰਦੀ। ਕਹਿੰਦਾ ਉਹ ਨਹੀਂ ਇਹ ਵਿਦਿਆ ਜਾਣਦੇ। ਜੋਧਾ ਆਪ ਗੁਰੂ ਇੱਕ ਭਾਰੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਪਰ ਹਾਂ ਦੁਸ਼ਟ, ਲੂਣ ਹਰਾਮੀ, ਭੀਖਣ ਖਾਂ, ਇਹ ਕਹਿੰਦਾ ਫਤਿਹ ਸ਼ਾਹ ਉਹਨਾਂ ਦਾ ਤੇ ਕੋਈ ਪਤਾ ਨਹੀਂ, ਪਰ ਗੁਰੂ ਆਪ ਬਹੁਤ ਵੱਡਾ ਯੋਧਾ। ਕਹਿੰਦਾ ਗੁਰੂ ਜੀ ਆਪ ਵੱਡੇ ਯੋਧੇ ਹੈ। ਹਾਂਜੀ, ਸੋ ਠਹਿਰੈ ਗੋ ਸਭਨ ਅਗਾਰੀ। ਉਹ ਅੜਨਗੇ ਸਾਡੇ ਨਾਲ, ਉਹ ਨਹੀਂ ਪਿੱਛੇ ਜਾਣਗੇ। ਇੱਕ ਕਿਰਪਾਲ ਮਾਤੁਲ ਤਿਨ ਕੇਰਾ। ਕਰਨ ਜੰਗ ਕੋ ਵੀਰ ਵਡੇਰਾ। ਫਤਿਹ ਸ਼ਾਹ ਕਹਿੰਦਾ ਹੋਰ ਕੌਣ ਜੰਗ ਕਰ ਸਕਦਾ। ਕਹਿਣ ਲੱਗਾ ਇੱਕ ਮਹਾਰਾਜ ਦਾ ਮਾਮਾ ਹੈ ਕਿਰਪਾਲ ਚੰਦ, ਉਹ ਵੀ ਬੜਾ ਵੱਡਾ ਯੋਧਾ। ਕਹਿੰਦਾ
ਹਾਂਜੀ। ਪੰਚ ਭਾਣਜੇ ਸੋ ਬਲਵੰਤੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਭਰਾ ਨੇ ਬੀਬੀ ਵੀਰੋ ਦੇ ਪੁੱਤ ਪੰਜ, ਉਹ ਵੀ ਯੋਧੇ ਹਨ। ਸ਼ਸਤਰਨ ਕੀ ਵਿਦਿਆ ਮਤਵੰਤੇ। ਹਾਂ, ਉਹਨਾਂ ਨੂੰ ਸ਼ਸਤਰ ਬੜੇ ਚਲਾਉਣੇ ਆਉਂਦੇ ਆ, ਉਹ ਬੜੀ ਸੋਹਣੀ ਵਿਦਿਆ ਜਾਣਦੇ ਹਨ। ਨੰਦ ਚੰਦ ਹੈ ਏਕ ਦੀਵਾਨ। ਤੇ ਇੱਕ ਮਹਾਰਾਜ ਦੀਆਂ ਫੌਜਾਂ ਦਾ ਦੀਵਾਨ ਹੈ। ਹਾਂਜੀ। ਸੋ ਭੀ ਰਾਖੈ ਲਰਬੇ ਮਾਨ। ਉਹ ਵੀ ਜੰਗ ਕਰਨੀ ਜਾਣਦਾ। ਹਾਂਜੀ। ਦਇਆ ਰਾਮ ਪ੍ਰੋਹਿਤ ਦਿਜ ਸੋਈ। ਤੇ ਦਇਆ ਰਾਮ ਪ੍ਰੋਹਿਤ ਹੈ ਇੱਕ। ਹਾਂਜੀ। ਅਪਰ ਨਾ ਵੀਰ ਬਿਲੋਕਿਓ ਕੋਈ। ਉਹ ਵੀ ਯੋਧਾ ਹੈ। ਬਸ ਆ 5-7 ਤੋਂ ਬਗੈਰ ਹੋਰ ਕੋਈ ਯੋਧਾ ਨਹੀਂ ਹੈਗਾ ਉੱਥੇ। ਕਹਿੰਦਾ 5 ਭਰਾ, ਇੱਕ ਮਾਮਾ ਜੀ, 6 ਹੋ ਗਏ, ਤੇ ਦਇਆ ਰਾਮ ਜੀ ਤੇ ਨੰਦ ਚੰਦ 8 ਹੋ ਗਏ। ਕਹਿੰਦਾ ਆ 8 ਹੀ ਯੋਧੇ ਨੇ ਮਹਾਰਾਜ ਦੇ ਕੋਲ, ਬਾਕੀ ਤੇ ਗਵਾਰ ਰੱਖੇ ਮਹਾਰਾਜ ਨੇ। ਹਾਂਜੀ। ਕਨੇ ਫਕੀਰ ਨਾ ਰਨ ਕੋ ਆਵਹਿ। ਫਕੀਰ ਬੜੇ ਰੱਖੇ ਚ ਉਹਨਾਂ ਨੇ, ਪਰ ਉਹਨਾਂ ਨੇ ਜੰਗ ਨਹੀਂ ਕਰਨੀ। ਹਾਂਜੀ। ਬੈਠੇ ਹਿਤ ਬੈਠੇ ਨਿਤ ਕਰਾਹਾ ਕੋ ਖਾਵਹਿ। ਕਹਿੰਦੇ ਕਿਉਂ ਉਹਨਾਂ ਨੇ ਜੰਗ ਕਿਉਂ ਨਹੀਂ ਕਰਨੀ? ਉਹ ਕਹਿੰਦਾ ਉਹ ਤੇ ਕੜਾਹ ਖਾਣ ਵਾਲੇ ਹੀ ਨੇ ਸਾਰੇ, ਉਹ ਤਾਂ ਕੜਾਹ ਖਾਣ ਵਾਲੀ ਫੌਜ ਹੈ। ਹੁੰਦੇ ਵੀ ਹੈ, ਆਖੋ ਸ੍ਰੀ ਵਾਹਿਗੁਰੂ। ਹਾਂਜੀ। ਪਰ ਯੋਧੇ ਵੀ ਹੈਗੇ ਸਾਧ ਸੰਗਤ ਜੀ। ਹਾਂਜੀ। ਇਹ ਸੈਨਾ ਸੰਗੀ ਲਿਹੋ ਜਾਨ। ਬਸ ਇੰਨੀ ਕੁ ਸੈਨਾ ਸਮਝ ਲਵੋ ਜੋ ਮੈਂ ਤੁਮ ਸੋ ਕੀਨ ਬਖਾਨ। ਜਿਹੜੀ ਅਸੀਂ ਤੁਹਾਨੂੰ ਦੱਸੀ ਹੈ ਨਾ, ਇੰਨੀ ਕੁ ਸੈਨਾ ਹੀ ਹੈ ਮਹਾਰਾਜ ਕੋਲ। ਹਾਂਜੀ। ਤੁਮ ਅਰ ਤੁਮਰੋ ਦਲ ਕਿਤ ਰਹੋ। ਕਿੱਥੇ? ਕਹਿੰਦਾ ਐਡਾ ਵੱਡਾ ਤੂੰ ਜਰਨੈਲ ਫਤਿਹ ਸ਼ਾਹ ਰਾਜੇ, ਦੂਜੀ ਤੁਹਾਡੀ ਫੌਜ, ਹਮ ਹੀ ਘਨੇ ਹਤਨ ਕੋ ਲਹੋ। ਤੇ ਨਾਲ ਤੁਹਾਡੇ ਅਸੀਂ ਆ, ਤੁਹਾਨੂੰ ਹਾਰਨ ਦਿੰਨੇ ਅਸੀਂ। ਬਸ ਜੀ, ਲਾਲਚੀ ਬੰਦਾ ਜਿੱਥੇ ਜਾਏਗਾ ਅਗਲੇ ਨੂੰ ਤੜਾਏਗਾ ਹੀ, ਭਾਵੇਂ ਅੱਗੇ ਜਾ ਕੇ ਮੌਤ ਉਹਨਾਂ ਨੂੰ ਆਵਾਜ਼ਾਂ ਮਾਰਨ ਦੀ ਹੈ। ਇਹੋ ਜਿਹੇ ਮਿੱਤਰ ਨਾਲੋਂ ਕਹਿੰਦੇ ਦੁਸ਼ਮਣ ਹੋਣਾ ਚੰਗਾ ਹੈ। ਦੁਸ਼ਮਣ ਤੋਂ ਬੰਦਾ ਅਵੇਅਰ ਤੇ ਰਹਿੰਦਾ ਨਾ, ਇਹੋ ਜਿਹਾ ਮਿੱਤਰ ਤੇ ਵਿੱਚ ਰਹਿ ਕੇ ਕੰਮ ਖਰਾਬ ਕਰ ਜਾਂਦਾ ਜੀ। ਹਾਂਜੀ। ਫਤਿਹ ਖੁਦਾਏ ਸੁਗਮ ਤੁਝ ਦਈ। ਉਹ ਕਹਿਣ ਲੱਗੇ ਘਬਰਾਓ ਨਾ ਰਾਜਾ ਫਤਿਹ ਸ਼ਾਹ, ਤੁਹਾਡਾ ਨਾਮ ਫਤਿਹ ਸ਼ਾਹ, ਮਹਾਰਾਜ ਪਰਮੇਸ਼ਰ ਖੁਦਾ ਨੇ ਤੁਹਾਨੂੰ ਫਤਿਹ ਦੇ ਦੇਣੀ ਹੈ। ਭੀਮ ਚੰਦ ਨਹਿ ਪ੍ਰਾਪਤ ਭਈ। ਉਹ ਭੀਮ ਚੰਦ ਨੂੰ ਤਾਂ ਲੋੜ ਹੀ ਨਹੀਂ ਫਤਿਹ ਕਰਨ ਦੀ, ਬਾਈ ਉਹਨੂੰ ਤੇ ਪ੍ਰਾਪਤ ਹੀ ਨਹੀਂ ਹੋਈ ਫਤਿਹ। ਉਹ ਵੀ ਜੰਗ ਕਰ ਸਕਦਾ ਸੀ ਪਹਿਲਾਂ। ਜੇਕਰ ਦੇਖੋ ਗੁਰੂ ਖਜ਼ਾਨਾ, ਦੇਸ਼ਾਂਤਰ ਕੀ ਵਸਤੂ ਨਾਨਾ। ਬਾਕੀ ਉਹਨੇ ਸਾਧ ਸੰਗਤ ਜੀ ਆਪਣੇ ਗੱਲ ਕੀਤੀ ਵੀ ਅਸੀਂ ਖਜ਼ਾਨਾ ਮਹਾਰਾਜ ਦਾ ਲੁੱਟਣਾ, ਜਿੰਨਾ ਲੁੱਟਾਂਗੇ ਤੁਸੀਂ ਨਹੀਂ ਮੰਗਣਾ ਸਾਡੇ ਤੋਂ, ਉਹ ਸਾਡਾ ਹੋਏਗਾ ਸਾਰਾ। ਇਸ ਤਰ੍ਹਾਂ ਉਹਨਾਂ ਪਠਾਣਾਂ ਨੇ ਗੁਰੂ ਸਾਹਿਬ ਜੀ ਦੀ ਫੌਜ ਦਾ ਭੇਦ ਤੇ ਦਿੱਤਾ, ਪਰ ਗਲਤ ਭੇਦ ਦਿੱਤਾ ਜੀ। ਉਹਨੂੰ ਇਹ ਨਹੀਂ ਨਾ ਪਤਾ ਵੀ ਇੱਥੇ ਹਲਵਾਈਆਂ ਨੇ ਵੀ ਜੰਗ ਕਰਨੀ ਹੈ। ਹਲਵਾਈਆਂ ਨੇ ਵੀ ਜੰਗ ਕਰਨੀ ਹੈ। ਆਪਣੇ ਉੱਤੇ ਬੜਾ ਮਾਣ ਸੀ ਹਯਾਤ ਖਾਂ ਨੂੰ, ਨਜਾਬਤ ਖਾਂ ਨੂੰ, ਉਹਨੂੰ ਭੀਖਨ ਖਾਂ ਨੂੰ, ਵੀ ਅਸੀਂ ਬੜੇ ਵੱਡੇ ਯੋਧੇ, ਅਸੀਂ ਬੜੇ ਵੱਡੇ ਸੂਰਮੇ ਹਾਂ। ਇਸ ਤਰ੍ਹਾਂ ਦੁਸ਼ਟਾਂ ਨੇ ਨਮਕ ਹਰਾਮੀ ਕੀਤੀ। ਤੇ ਸਾਧ ਸੰਗਤ ਜੀ, ਮਹਾਰਾਜ ਦੀ ਫੌਜ ਦੇ ਅੰਦਰ ਦੀਆਂ ਗੱਲਾਂ ਜਿਹੜੀਆਂ ਨੇ ਉਹ ਰਾਜੇ ਫਤਿਹ ਸ਼ਾਹ ਨੂੰ ਦੱਸ ਦਿੱਤੀਆਂ। ਦੋਹਰਾ ਸਤਿਗੁਰ ਕੇ ਭਟ ਕੁਛ ਹੁਤੇ, ਜਹ ਪੰਘਾਣੀ ਥਾਨ। ਮਹਾਰਾਜ ਨੇ ਕੁਝ ਸੂਰਮੇ ਪੰਘਾਣੀ ਵਾਲੀ ਜਗ੍ਹਾ ਤੇ ਭੇਜੇ ਸੀਗੇ ਜੀ। ਉਧਰੋਂ ਹੀ ਆਉਣਾ ਸੀਗਾ ਉਹਨਾਂ ਨੇ। ਤੇ ਗੁਰੂ ਸਾਹਿਬ ਦੇ ਸਿੱਖ ਜਿਹੜੇ ਪੰਘਾਣੀ ਵਾਲੀ ਜਗ੍ਹਾ ਤੇ ਮੌਜੂਦ ਸਨ। ਫਤਿਹ ਸ਼ਾਹ ਆਗਮਨ ਕੋ ਸੁਨ, ਕਰ ਕੈ ਨਿਜ ਕਾਨ। ਉਹਨਾਂ ਨੂੰ ਪਤਾ ਲੱਗਾ ਵੀ ਫਤਿਹ ਸ਼ਾਹ ਆ ਰਿਹਾ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਫਤਿਹ ਸ਼ਾਹ ਆਪਣੇ ਨੇੜੇ ਆ ਚੱਲਾ ਹੈ, ਚੌਪਈ ਸੁਧ ਭੇਜੀ ਸਤਿਗੁਰ ਕੇ ਤੀਰ। ਕਿਉਂਕਿ ਫਤਿਹ ਸ਼ਾਹ ਸ਼੍ਰੀਨਗਰ ਤੋਂ ਤੁਰ ਪਿਆ, ਇਹ ਰਸਤੇ 'ਚ ਬੈਠਾ ਸਾਧ ਸੰਗਤ ਜੀ।
ਉਹਨਾਂ ਨੇ ਉਸੇ ਵੇਲੇ ਸਤਿਗੁਰਾਂ ਨੂੰ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਖਬਰ ਭੇਜੀ ਆਇਓ ਨਿਰਪਲੈ ਅਨਗਨ ਵੀਰ। ਵੀ ਮਹਾਰਾਜ ਰਾਜਾ ਬੜੀ ਵੱਡੀ ਫੌਜ ਲੈ ਕੇ ਆ ਰਿਹਾ ਹੈ। ਔਰ ਅਹੰਕਾਰ ਅਧਿਕ ਜਿਨ ਧਰਿਓ। ਮਹਾਰਾਜ ਬੜੀ ਹਉਮੈ ਵਿੱਚ ਬੜੇ ਹੰਕਾਰ ਵਿੱਚ ਰਾਜਾ ਆ ਰਿਹਾ ਹੈ। ਭੋਰ ਹੋਤ ਹੀ ਚਾਹਤ ਲਰਿਓ। ਤੇ ਪਤਾ ਲੱਗਾ ਵੀ ਸਵੇਰ ਹੁੰਦਿਆਂ ਉਹਨੇ ਹਮਲਾ ਕਰਨਾ, ਕੱਲ ਸਵੇਰੇ ਹਮਲਾ ਕਰੇਗਾ। ਆਪ ਕਰੋ ਤਿਆਰੀ ਸਭ ਰੀਤ। ਇਸ ਕਰਕੇ ਗਰੀਬ ਨਵਾਜ ਆਪ ਦੀ ਸਾਰੀ ਤਿਆਰੀ ਕਰ ਲਵੋ। ਆਵਹੋ ਲੇਹੋ ਤੁਰਤ ਰਿਪ ਜੀਤ। ਮਹਾਰਾਜ ਦੁਸ਼ਟਾਂ ਨੂੰ ਆਉਂਦਿਆਂ ਹੀ ਜਿੱਤ ਲਈਏ। ਹਾਂਜੀ। ਇਸ ਮਹਿ ਦੇਰ ਨ ਜਾਣੋ ਕੋਈ। ਨਿਸ਼ਚੈ ਪ੍ਰਾਤ ਮਹਾਰਣ ਹੋਈ। ਆਏ ਪਾਵਟੇ ਸਤਿਗੁਰ ਪਾਸ। ਸਕਲ ਵਾਰਤਾ ਕੀਨ ਪ੍ਰਕਾਸ਼। ਇਸ ਤਰ੍ਹਾਂ ਪੰਘਾਣੀ ਤੋਂ ਸਤਕੂ ਕੋ ਸੀਗਾ ਉਹ ਦੂਰ ਪੰਘਾਣੀ ਤੋਂ ਇੱਕ ਸਿੱਖ ਆ ਕੇ ਜਿੱਥੇ ਬਾਜਾਂ ਵਾਲੇ ਸਤਿਗੁਰੂ ਜੀ ਬੈਠੇ ਨੇ ਉਹਨੇ ਆ ਕੇ ਸਤਿਗੁਰੂ ਜੀ ਨੂੰ ਦੱਸਿਆ, ਮਹਾਰਾਜ ਤਿਆਰਾ ਕਰ ਲਓ, ਕੱਲ ਸਵੇਰੇ ਜੰਗ ਹੋਏਗਾ। ਹਾਂਜੀ। ਸੁਨ ਸਭ ਰੀਤ ਕੀਨ ਰਣ ਤਿਆਰੀ। ਮਹਾਰਾਜ ਗਰੀਬ ਨਵਾਜ ਉਸੇ ਵੇਲੇ ਜੰਗ ਦੀ ਸਾਰੀ ਤਿਆਰੀ ਕੀਤੀ। ਇੱਕ ਸਿੱਖ ਢਿੱਗ ਪਿਖ ਗਿਰਾ ਉਚਾਰੀ। ਮਹਾਰਾਜ ਦੇ ਲਾਗੇ ਇੱਕ ਸਿੱਖ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਨਾ ਉਸ ਸਿੱਖ ਨੂੰ ਕਹਿਣ ਲੱਗੇ, ਸਾਧ ਉਦਾਸੀ ਜੇ ਸਮੁਦਾਏ। ਸਭ ਕੇ ਸੰਗ ਕਹੋ ਅਬ ਜਾਏ। ਮਹਾਰਾਜ ਕਹਿਣ ਲੱਗੇ, ਭਾਈ ਆ ਜਿਹੜੇ ਉਦਾਸੀ ਸਾਧੂ ਰਹਿੰਦੇ ਸਾਡੇ ਕੋਲ 500 ਸਾਧੂ ਰਹਿੰਦਾ ਸੀ ਉਦਾਸੀ। ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਉਹਨਾਂ ਨੂੰ ਸਾਰਿਆਂ ਨੂੰ ਜਾ ਕੇ ਕਹਿ ਦਿਓ, ਸਿਰ ਪਰ ਬਾਂਧ ਲਿਓ ਦਸਤਾਰ। ਵੇ ਹੁਣ ਪੱਗਾਂ ਬੰਨੋ ਸਿਰ ਉੱਤੇ, ਦਸਤਾਰਾਂ ਸਜਾ ਲਵੋ। ਕਰ ਉਤਸ਼ਾਹ ਸ਼ਸਤਰ ਲਿਓ ਧਾਰ। ਉਤਸ਼ਾਹ ਧਾਰਨ ਕਰੋ, ਹੌਸਲੇ ਬੁਲੰਦ ਕਰੋ ਤੇ ਸ਼ਸਤਰ ਫੜ ਲਓ ਆਪਣੇ ਹੱਥਾਂ ਵਿੱਚ। ਸਮੇਂ ਯੁੱਧ ਕੋ ਅਬ ਬਿਦਤਾਇਓ। ਹਾਂ, ਹੁਣ ਯੁੱਧ ਦਾ ਸਮਾਂ ਆ ਗਿਆ। ਹੁਣ ਉਹਨਾਂ ਨੂੰ ਕਹੋ ਤਗੜੇ ਹੋਵੋ, ਹੁਣ ਤੁਸੀਂ ਵੀ ਸਾਡੇ ਨਾਲ ਰਲ ਕੇ ਜੰਗ ਕਰਨੀ ਹੈ। ਉਦਾਸੀਆਂ ਨੂੰ ਮੈਸੇਜ ਸੁਨਾ ਕਲਵਾਇਆ। ਭੋਗ ਮੋਖ ਦੋਨੋਂ ਕੋ ਪਾਇਓ। ਤੁਹਾਨੂੰ ਸਭ ਕੁਝ ਮਿਲੇਗਾ, ਭੋਗ ਮੋਖ। ਹਾਂਜੀ, ਸੰਸਾਰ ਦੇ ਪਦਾਰਥ ਵੀ, ਅੱਗੋਂ ਦਰਗਾਹ ਦੇ ਪਦਾਰਥ ਵੀ ਸਾਰੇ ਪ੍ਰਾਪਤ ਹੋਣਗੇ। ਜਿਮ ਜਿਮ ਕੋ ਪੁਰਸ਼ਾਰਥ ਧਰੈ। ਭਾਈ ਜਿਵੇਂ ਜਿਵੇਂ ਕਿਸੇ ਦੀ ਇੱਛਾ ਹੋਏਗੀ, ਜਿਹੜਾ ਸਿੱਖ ਜਿਸ ਤਰ੍ਹਾਂ ਦੀ ਇੱਛਾ ਲੈ ਕੇ ਲੜੇਗਾ, ਵੱਧ ਵੱਧ ਅਗਰ ਰਿਪਨ ਵੱਧ ਕਰੈ। ਤੇ ਅੱਗੇ ਵੱਧ ਕੇ ਦੁਸ਼ਟਾਂ ਵੈਰੀਆਂ ਦਾ ਨਾਸ ਕਰੇਗਾ। ਤਿਮ ਤਿਮ ਦੀਰਘ ਪ੍ਰਾਪਤ ਰਾਜੂ। ਉਵੇਂ ਹੀ ਫਿਰ ਉਹਦੀ ਇੱਛਾ ਪੂਰੀ ਹੋਏਗੀ। ਉਦਾਸੀਆਂ ਨੂੰ ਜਾ ਕੇ ਕਹਿ ਦਿਓ, ਜੇ ਕੋਈ ਜੰਗ 'ਚ ਸ਼ਹੀਦ ਹੋ ਗਿਆ ਤੇ ਰਾਜਾ ਬਣਨਾ ਚਾਹੁੰਦਾ ਤੇ ਅਗਲਾ ਜਨਮ ਰਾਜੇ ਦਾ ਮਿਲੇਗਾ। ਉਹੋ ਜੀ ਇੱਛਾ ਪੂਰੀ ਹੋ ਜਾਏਗੀ। ਹੁਣ ਸਾਧ ਸੰਗਤ ਕੋਈ ਆਮ ਪੁਰਸ਼ ਥੋੜੀ ਕਹਿ ਰਿਹਾ, ਬਾਜਾਂ ਵਾਲੇ ਕਹਿ ਰਹੇ ਨੇ। ਹਾਂਜੀ। ਗਨ ਗਜ ਬਾਜੀ ਸਹਿਤ ਸਮਾਜੂ। ਹਾਂਜੀ। ਲਘੂ ਕੋ ਕਰੈ ਪਾਏ ਲਗ ਸੋਈ। ਮਮ ਸਿੱਖਨ ਸ਼ਿਤ ਰਾਜ ਸੋ ਹੋਈ। ਮਹਾਰਾਜ ਕਹਿਣ ਲੱਗੇ, ਜਿਹੜਾ ਥੋੜਾ ਪੁਰਸ਼ਾਰਥ ਕਰੇਗਾ ਉਹਨੂੰ ਥੋੜਾ ਰਾਜ ਮਿਲੇਗਾ, ਜਿਹੜਾ ਬਹੁਤਾ ਉਦਮ ਕਰੇਗਾ ਉਹਨੂੰ ਬਹੁਤਾ ਰਾਜ ਦੇ ਦੇਵਾਂਗੇ। ਜੋ ਨਿਸ਼ਕਾਮ ਮਰੈ ਰਣ ਮਾਹੀ। ਤਿਸ ਕੋ ਜਗਤ ਫੇਰ ਫਿਰ ਨਾਹੀ। ਤੇ ਜਿਹਦੀ ਇੱਛਾ ਕੋਈ ਨਹੀਂ ਹੈ ਪਰ ਸਾਡੀ ਖੁਸ਼ੀ ਵਾਸਤੇ ਜੰਗ ਵਿੱਚ ਲੜੇਗਾ ਤੇ ਸ਼ਹੀਦ ਹੋਏਗਾ, ਭਾਵੇਂ ਬਚ ਵੀ ਗਿਆ, ਮਹਾਰਾਜ ਕਹਿਣ ਲੱਗੇ ਉਹਦਾ 84 ਲੱਖ ਦਾ ਗੇੜਾ ਕੱਟ ਦੇਣਾ ਅਸੀਂ। ਕਹਿਣ ਲੱਗੇ ਜਨਮ ਮਰਨ ਮਿਟਾ ਦੇਾਂਗੇ ਅਸੀਂ ਉਹਦਾ। ਹਾਂਜੀ। ਦੀਨ ਦੁਨੀ ਨਹਿ ਬਨੋ ਸਹਾਏ। ਬਖਸ਼ੋਂ ਭੋਗ ਮੋਖ ਇਸ ਭਾਏ। ਦੀਨ ਦੁਨੀ ਮਹਿ ਬਨੋ ਸਹਾਈ। ਮੈਂ ਦੀਨ ਦੁਨੀਆ ਵਿੱਚ ਉਹਨਾਂ ਦਾ ਸਹਾਈ ਬਣਾਂਗਾ, ਭੋਗ ਤੇ ਮੋਖ ਦੀਆਂ ਦਾਤਾਂ ਬਖਸ਼ਾਂਗੇ। ਸੁਨ ਕਰ ਗਇਓ ਉਦਾਸੀਨ ਪਾਸ। ਸਤਿਗੁਰ ਕੀਤੀ ਹੈ ਗਿਰਹਾ ਪ੍ਰਕਾਸ਼। ਉਹ ਸਿੱਖ ਜਾ ਕੇ ਉਦਾਸੀ ਮਹਾਂਪੁਰਖਾਂ ਦੇ ਕੋਲ ਗਿਆ। ਹੁਕਮ ਭਇਓ ਮਾਨੋ ਸੁਖ ਪਾਵੋ। ਜਨਮ ਮਰਨ ਕੋ ਬੰਧ ਮਿਟਾਵੋ। ਉਹ ਕਹਿਣ ਲੱਗਾ, ਸੰਤੋ ਮੌਕਾ ਬੜਾ ਵਧੀਆ ਹੈ, ਮਹਾਰਾਜ ਦਾ ਹੁਕਮ ਮੰਨੋ ਤੇ ਜਨਮ ਮਰਨ ਦਾ ਦੁੱਖ ਦੂਰ ਕਰ ਲਓ। ਹਾਂਜੀ।
ਪੁੰਨ ਸਭ ਸੁਭਟਨ ਹੁਕਮ ਸੁਨਾਵਾ। ਉਹ ਕਹਿਣ ਲੱਗੇ ਕੀ ਹੁਕਮ ਹੈ, ਦੱਸ ਤੇ ਸਹੀ। ਫਿਰ ਉਹਨੇ ਮਹਾਰਾਜ ਦਾ ਹੁਕਮ ਸੁਣਾਇਆ। ਗੁਰ ਤੇ ਦਾਨ ਲਿਹੋ ਮਨ ਭਾਵਾ। ਉਹ ਕਹਿਣ ਲੱਗਾ ਸੁਣੋ, ਜਿਹੜੀ ਇੱਛਾ ਦੱਸੋ ਮਹਾਰਾਜ ਤੁਹਾਡੀ ਪੂਰੀ ਕਰਨਗੇ। ਹੋਤ ਪ੍ਰਭਾਤ ਜੰਗ ਕੀ ਤਿਆਰੀ। ਪਰ ਸਵੇਰੇ ਦਿਨ ਚੜ੍ਹਦਿਆਂ ਪੱਗਾਂ ਬੰਨ੍ਹ ਲੈਣੀਆਂ ਤੇ ਸ਼ਸਤਰ ਫੜ ਲੈਣੇ ਜੀ। ਜੰਗ ਦੀ ਤਿਆਰੀ ਕਰਨੀ ਹੈ। ਸ਼ਸਤਰ ਤੁਰੰਗਨ ਲਿਹੋ ਸੰਭਾਰੀ। ਐ ਤੁਹਾਨੂੰ ਘੋੜੇ ਦੇ ਦੇਣੇ ਆ, ਘੋੜਿਆਂ ਤੇ ਬਹਿ ਜਾਣਾ ਤੇ ਸ਼ਸਤਰ ਫੜ ਲੈਣੇ ਤੇ ਪੱਗਾਂ ਬੰਨ੍ਹ ਲੈਣੀਆਂ। ਹਾਂਜੀ। ਸੁਨ ਸੂਰਨ ਕੇ ਚਿੱਤ ਉਮਾਹੇ। ਸਾਧ ਸੰਗਤ ਜੀ, ਜਿਹੜੇ ਤੇ ਸੂਰਮੇ ਸੀ, ਯੋਧੇ ਸੀ, ਉਹਨਾਂ ਨੂੰ ਤਾਂ ਬੜਾ ਚਾਅ ਵਧਿਆ। ਬਾਂਸ਼ਤ ਵਸਤ ਲੀਨ ਗੁਰ ਪਾਹੇ। ਵੀ ਵਾਹ ਵਾਹ ਵਾਹ, ਜੋ ਮੰਗਾਂਗੇ ਬਾਜਾਂ ਵਾਲੇ ਉਹੋ ਹੀ ਦੇਣਗੇ। ਉਹਨਾਂ ਨੂੰ ਤੇ ਚਾਅ ਚੜ ਗਏ ਜੀ। ਹਾਂਜੀ। ਕਾਤੁਰ ਡਰੇ ਮਨਹੁ ਮ੍ਰਿਤ ਆਈ। ਪਰ ਜਿਹੜੇ ਕਾਇਰ ਸੀ, ਡਰਪੋਕ ਸੀ, ਉਹ ਵਿਚਾਰੇ ਕਹਿਣ ਲੱਗੇ ਲੈ ਆ ਗਈ ਉਹ ਮੌਤ ਆਪਣੀ। ਕਹਿੰਦੇ ਮੌਤ ਆ ਗਈ ਜੇ, ਆ ਗਿਆ ਜੇ ਸੁਨੇਹਾ। ਹਾਂਜੀ। ਚੱਲਿਓ ਚਾਹੈ ਨਿਤ ਕਾਨ ਕਢਾਈ। ਹਾਂ, ਉਹ ਹੁਣ ਨਾ ਕੰਨ ਕਤਰਾ ਕੇ ਚੁੱਪ ਕਰਕੇ ਭਾਗੜਦੰਗ ਹੋਣਾ ਚਾਹੁੰਦੇ ਹੈ, ਖਿਸਕਣਾ ਚਾਹੁੰਦੇ ਹੈ ਵੀ ਹੁਣ ਆਪਾਂ ਇੱਥੋਂ ਖਿਸਕ ਚੱਲੀਏ। ਇਮ ਕਰਤੇ ਸੰਧਿਆ ਹੋਏ ਆਈ। ਉਹ ਇਸ ਤਰ੍ਹਾਂ ਗੱਲਬਾਤ ਕਰਦਿਆਂ ਸ਼ਾਮਾਂ ਪੈ ਗਈਆਂ, ਦਿਨੇ ਫੌਜ ਆਉਣੀ ਸੀਗੀ ਸਾਧ ਸੰਗਤ ਜੀ। ਖਾਨ ਪਾਨ ਕਰ ਕੀਨ ਬਣਾਈ। ਤੇ ਐ ਚੰਗੀ ਤਰ੍ਹਾਂ ਅੰਨ ਪਾਣੀ ਛਕਿਆ, ਸਭ ਨੇ ਰੱਜ ਕੇ ਲੰਗਰ ਛਕਿਆ ਜੀ, ਸਾਰੀਆਂ ਸੰਗਤਾਂ ਫੌਜਾਂ ਨੇ। ਹੁਤੇ ਪੰਚ ਸਹਿ ਸਕਲ ਉਦਾਸੀ। 500 ਉਦਾਸੀ ਜਿਹੜੇ ਮਹਾਰਾਜ ਦੇ ਚਰਨਾਂ 'ਚ ਹੀ ਰਹਿੰਦੇ ਹੁੰਦੇ ਸੀ। ਮਿਲ ਮਸਲਤ ਕੀਨਸ ਭੈ ਰਾਸੀ। ਉਹਨਾਂ ਨੇ ਡਰਦਿਆਂ ਮੀਟਿੰਗ ਸੱਦ ਲਈ ਇੱਕ। ਆਖੋ ਵਾਹਿਗੁਰੂ ਵਾਹਿਗੁਰੂ। ਉਹ ਸਾਰੇ ਡਰ ਗਏ ਤੇ ਮਿਲ ਕੇ ਸਲਾਹ ਕਰਨ ਲੱਗੇ। ਕਿਉਂ ਨਾਹਕ ਰਣ ਮਹਿ ਤੁਮ ਮਰੋ। ਉਹ ਕਹਿੰਦੇ ਕਿਉਂ ਖਾਮ ਖਾ ਮਰਨਾ ਆਪਾਂ। ਹਾਂਜੀ। ਜਾਚੋ ਜਗਤ ਜੀਵ ਕਾ ਕਰੋ। ਅਸੀਂ ਤਾਂ ਉਦਾਸੀ ਸਾਧੂ ਹੈਗੇ ਆ, ਮੰਗ ਕੇ ਵੀ ਖਾ ਲਾਂਗੇ। ਹਾਂਜੀ। ਲਰਬੇ ਸੋ ਕਿਆ ਕਾਜ ਹਮਾਰਾ। ਉਹ ਅਸੀਂ ਤਾਂ ਲੜੇ ਹੀ ਨਹੀਂ ਕਦੀ। ਗੱਲ ਲੜਨ ਕਦੀ ਥੋੜੀ ਸੀਗੀ, ਗੱਲ ਤੇ ਮਹਾਰਾਜ ਦਾ ਹੁਕਮ ਮੰਨਣ ਦੀ ਸੀਗੀ। ਤੁਸੀਂ ਪੱਗਾਂ ਬੰਨ੍ਹ ਕੇ ਸ਼ਸਤਰ ਫੜ ਕੇ ਘੋੜੇ ਤੇ ਬੈਠੋ। ਜਿਸ ਗੁਰੂ ਜੀ ਨੇ ਕਿਹਾ ਜੰਗ ਵੀ ਉਹਨਾਂ ਆਪੇ ਕਰਾ ਲੈਣੀ ਹੈ ਜੀ। ਪਰ ਇਹ ਢਿੱਲੀਆਂ ਗੱਲਾਂ ਕਰਨ ਲੱਗੇ। ਲਰਬੇ ਸੋ ਕਿਉ ਕਾਜ ਹਮਾਰਾ। ਸਾਧ ਫਕੀਰ ਭੇਖ ਤਨ ਧਾਰਾ। ਉਹ ਕਹਿੰਦੇ ਅਸੀਂ ਸਾਧੂ ਬੰਦੇ, ਫਕੀਰ ਬੰਦੇ, ਅਸੀਂ ਤਾਂ ਲੜੇ ਹੀ ਨਹੀਂ ਕਦੀ। ਹਾਂਜੀ। ਲਰੇ ਬਿਨਾ ਗੁਰ ਕਿਉਂ ਹੂੰ ਨਾ ਟਰੈ। ਪਰ ਮਹਾਰਾਜ ਨੇ ਨਹੀਂ ਟਲਣਾ, ਕਹਿੰਦੇ ਉਹਨਾਂ ਹੁਣ ਜੰਗ ਕਰਨੀ ਹੀ ਕਰਨੀ ਹੈ। ਬਹੁਤ ਦਿਵਸ ਤੇ ਤਿਆਰੀ ਕਰੈ। ਉਹ ਤਾਂ ਬੜੇ ਦਿਨਾਂ ਦੀ ਤਿਆਰੀ ਕਰੀ ਬੈਠੇ ਨੇ ਜੰਗ ਦੀ। ਹਾਂਜੀ। ਨਿਸਾ ਬਿਖੈ ਭਾਜੋ ਭਲਿਆਈ। ਤੇ ਉਹਨਾਂ ਫਿਰ ਮੀਟਿੰਗ ਕੀ ਕੀਤੀ, ਅੱਜ ਰਾਤ ਭੱਜ ਜਾਈਏ। ਵੇਖੋ ਮੀਟਿੰਗ, ਵੇਖੋ ਕਿੱਡੀ ਤਗੜੀ ਕੀਤੀ ਉਹਨਾਂ ਨੇ। ਕਹਿੰਦੇ ਅੱਜ ਰਾਤ ਸਾਰੇ ਭੱਜ ਜਾਈਏ। ਨਤ ਪ੍ਰਭ ਕਰੈ ਕੈਦ ਬੁਰਿਆਈ। ਕਿਤੇ ਇਹ ਨਾ ਹੋਏ ਬਰਿਆਈ, ਕਿਤੇ ਇਹ ਨਾ ਹੋਏ ਜਗਤ ਦੇ ਮਾਲਕ, ਪਤਾ ਜਗਤ ਦੇ ਮਾਲਕ ਨੇ, ਪਰ ਕਿਤੇ ਸਾਨੂੰ ਕੈਦ ਹੀ ਨਾ ਕਰ ਲੈਣ ਮਹਾਰਾਜ। ਹਾਂਜੀ। ਇਮ ਕਹਿ ਨਿਕਸੇ ਨਿਸਾ ਅੰਧੇਰੀ। ਇਹ ਕਹਿ ਕੇ ਸਾਧ ਸੰਗਤ ਜੀ ਅੱਧੀ ਰਾਤ ਨੂੰ ਉਹ ਜਿੰਨੇ ਵੀ ਉਦਾਸੀ ਸੀਗੇ ਉਹ ਸਾਰੇ ਬਾਜਾਂ ਵਾਲੇ ਸਤਿਗੁਰਾਂ ਦੇ ਚਰਨ ਛੱਡ ਕੇ ਭੱਜ ਗਏ ਜੀ। ਹਾਂਜੀ। ਡੇਰਾ ਤਿਆਗ ਗਏ ਬਿਨ ਬੇਰੀ। ਹਾਂਜੀ। ਜੁਦੇ ਜੁਦੇ ਹੋਏ ਦੇਸ਼ ਮਝਾਰਾ। ਤੇ ਵੱਖ ਵੱਖ ਹੋ ਗਏ ਜੀ, ਕੋਈ ਐਨੂੰ ਚਲੇ ਗਿਆ, ਕੋਈ ਕਿਸੇ ਪਾਸੇ ਚਲੇ ਗਿਆ ਜੀ। ਜਾਚ ਜਾਚ ਕਰ ਖਾਏ ਆਹਾਰਾ। ਮੰਗ ਮੰਗ ਕੇ ਭੋਜਨ ਛਕਦੇ ਰਹੇ। ਉਂਝ ਮਹਾਰਾਜ ਨੇ ਟੌਰ ਬੜੀ ਬਣਾਈ ਸੀ ਇਹਨਾਂ ਦੀ ਜੀ। ਹਾਂਜੀ। ਜਿਸ ਰਣ ਤੇ ਉਤਸ਼ਾਹ ਬਹੀਨ। ਫਿਰੇ ਜਹ ਕਹਾਂ ਬਨ ਬਨ ਦੀਨ। ਤੇ ਸਾਧ ਸੰਗਤ ਜੀ ਬਾਅਦ ਵਿੱਚੋਂ ਬਸ ਇਹੋ ਹੀ ਕਹਿੰਦੇ ਰਹੇ ਵੀ ਅਸੀਂ ਕਦੀ ਜੰਗ ਨਹੀਂ ਕੀਤੀ ਜੀ, ਅਸੀਂ ਕਿਵੇਂ ਕਰਨਾ ਸੀਗਾ ਜੀ। ਜੰਗਲਾਂ ਜੋਗੇ ਹੀ ਰਹੇ ਜੀ ਉਹ ਬਾਅਦ ਚੋਂ। ਉਹਨਾਂ ਦਾ ਕੱਖ ਵੀ ਨਹੀਂ ਬਣਿਆ ਜੀ। ਹਾਂਜੀ। ਸਵਾ ਜਾਮ ਜਾਮਨ ਜਬ ਰਹੀ। ਇੱਧਰ ਅੰਮ੍ਰਿਤ ਵੇਲਾ ਹੋ ਗਿਆ ਜੀ।
ਸਵਾ ਪਹਿਰ ਰਾਤ ਰਹਿ ਗਈ। ਸੁਭਟਨ ਬਿਖੈ ਸੁਚੇਤੀ ਗਹੀ। ਸਾਰੇ ਯੋਧਿਆਂ ਨੇ ਸੂਰਮਿਆਂ ਨੂੰ ਚਾਅ ਚੜੇ ਪਏ ਵੀ ਅੱਜ ਜੰਗ ਹੋਣੀ ਹੈ, ਸੁਚੇਤ ਹੋਏ। ਆਸਾ ਵਾਰ ਰਬਾਬੀ ਗਾਵੇ। ਗੁਰੂ ਕੇ ਸਿੱਖਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਕੇਤਿਕ ਲੇਕਰ ਸੰਖ ਬਜਾਵੇ। ਕਈ ਫਿਰ ਸੰਖ ਵਜਾਉਂਦੇ ਆ, ਸਾਧ ਸੰਗਤ ਦੀ ਖੁਸ਼ੀਆਂ ਮਨਾਉਂਦੇ ਹਨ। ਕਰਹਿ ਪਾਠ ਕੇਤਿਕ ਗੁਰਬਾਣੀ। ਅੰਮ੍ਰਿਤ ਵੇਲੇ ਦਾ ਸਮਾਂ ਕਈ ਫਿਰ ਗੁਰਬਾਣੀ ਦਾ ਪਾਠ ਕਰ ਰਹੇ ਹਨ। ਤਨੂ ਇਸ਼ਨਾਨਹਿ ਪਾਵਨ ਪਾਣੀ। ਕਈ ਸਾਧ ਸੰਗਤ ਜੀ ਇਸ਼ਨਾਨ ਪਾਨ ਕਰ ਰਹੇ ਹਨ। ਦੀਪ ਜਗਾਵਤ ਧੂਪ ਤੁਖਾਵੇ। ਤੇ ਕਈ ਦੀਵਾ ਜਗਾ ਕੇ ਧੂਫ ਤੁਖਾ ਕੇ ਪੁਸ਼ਪਾਂਜੁਲ ਸ਼ਸਤਰਨ ਅਰਪਾਵੇ। ਤੇ ਸ਼ਸਤਰਾਂ ਨੂੰ ਫੁੱਲ ਚੜਾ ਰਹੇ ਨੇ, ਸ਼ਸਤਰਾਂ ਦੀ ਪੂਜਾ ਕਰ ਰਹੇ ਹਨ। ਦਲ ਮਹਿ ਜਿਤ ਕਿਤ ਅਤ ਜੈਕਾਰਾ। ਤੇ ਮਹਾਰਾਜ ਦੀਆਂ ਫੌਜਾਂ 'ਚ ਤੇ ਅੰਮ੍ਰਿਤ ਵੇਲੇ ਹੀ ਜਕਾਰੇ ਲੱਗਣ ਲੱਗ ਪਏ, ਫੜ ਲੈਣੇ, ਮਾਰ ਦੇਣੇ, ਬਚਾਉਣੇ ਨਹੀਂ। ਹਾਂਜੀ, ਅੰਮ੍ਰਿਤ ਵੇਲੇ ਹੀ ਜਕਾਰੇ ਲੱਗਣ ਲੱਗ ਪਏ। ਉਤਸਾਹਿਤ ਭਟ ਕਰਹਿ ਉਚਾਰਾ। ਉਹ ਬੜਾ ਉਤਸ਼ਾਹ ਯੋਧਿਆਂ ਦੇ ਅੰਦਰ, ਸੂਰਮਿਆਂ ਅੰਦਰ। ਸ਼੍ਰੀ ਕਲਗੀਧਰ ਸੌਚ ਇਸ਼ਨਾਨੇ। ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਨੇ ਵੀ ਅੰਮ੍ਰਿਤ ਵੇਲੇ ਸੌਚ ਇਸ਼ਨਾਨ ਕੀਤਾ। ਆਸਨ ਪਰ ਆਸੀਨ ਕਰ ਧਿਆਨੇ। ਮਹਾਰਾਜ ਆਪਣੇ ਆਸਣ ਤੇ ਨੇਤਰ ਬੰਦ ਕਰਕੇ ਧਿਆਨ ਜੋੜ ਕੇ ਸਮਾਧੀ ਲਾ ਕੇ ਕੁਝ ਸਮਾਂ ਬੈਠੇ। ਨਿਜ ਸਰੂਪ ਮੈਂ ਰਹਿ ਸਮਾਏ। ਹਾਂਜੀ। ਸੋ ਜੋ ਸਤ ਚਿਤ ਆਨੰਦ ਸਦਾਏ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਜਦੋਂ ਸੂਰਜ ਚੜ੍ਹਿਆ ਨੇਤਰ ਖੋਲੇ, ਦਸਤਾਰ ਸਜਾਈ, ਕਲਗੀ ਸਜਾਈ, ਜਿਗਾ ਸਜਾਈ, ਸ਼ਸਤਰ ਸਜਾਏ। ਇਮ ਪਹਿਰਤ ਪ੍ਰਕਾਸ਼ ਹੋਏ ਆਇਓ। ਹਾਂਜੀ। ਦਿਨ ਕਰ ਉਦਿਓ ਵਾਰ ਭੋਗਾਇਓ। ਉਧਰ ਸਾਧ ਸੰਗਤ ਜੀ ਆਸਾ ਜੀ ਦੀ ਵਾਰ ਦਾ ਭੋਗ ਪੈ ਗਿਆ। ਭੀ ਅਰਦਾਸ ਸਭਨ ਸਿਰ ਨਾਵਾ। ਅਰਦਾਸ ਬੇਨਤੀ ਹੋਈ, ਸਿਰ ਨਵਾਇਆ ਸਾਰਿਆਂ ਨੇ। ਤਬ ਇੱਕ ਸ਼ੀਘ੍ਰ ਹੈ ਬੈਨ ਅਲਾਵਾ। ਤੇ ਅਰਦਾਸ ਕੀ ਕੀਤੀ ਮਹਾਰਾਜ? ਆਸਾ ਜੀ ਦੀ ਵਾਰ ਦੇ ਭੋਗ ਪਏ ਹੈ। ਸੱਚੇ ਪਾਤਸ਼ਾਹ ਅੱਜ ਜੰਗ ਹੋਣਾ, ਮਦਦ ਕਰਿਓ, ਕਿਰਪਾ ਕਰਿਓ ਗੁਰੂ ਨਾਨਕ ਸਾਹਿਬ ਜੀ। ਅਰਦਾਸ ਹੋਈ। ਉਧਰੋਂ ਇੱਕ ਸਿੱਖ ਆ ਕੇ ਗਰੀਬ ਨਵਾਜ ਜੀ ਨੂੰ ਕਹਿਣ ਲੱਗਾ, ਸੁਣੀਐ ਹੈ ਮਹਾਰਾਜ ਅਬਿਨਾਸੀ। ਕਹਿੰਦਾ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮੇਰੀ ਬੇਨਤੀ ਸੁਣੋ। ਗਏ ਭਾਜ ਨਿਸ ਵਿਖੈ ਉਦਾਸੀ। ਮਹਾਰਾਜ ਉਹ ਜਿਹੜੇ ਉਦਾਸੀ ਆਪ ਜੀ ਨੇ ਰੱਖੇ ਆ ਮਹਾਰਾਜ, ਉਹ ਤਾਂ ਰਾਤ ਦੇ ਹੀ ਭੱਜ ਗਏ ਹਨ। ਸ੍ਰੀ ਮੁਖ ਤੇ ਸੁਨ ਕੇ ਰਣ ਕਰਨੋ। ਹੁਣ ਮਹਾਰਾਜ ਜਦੋਂ ਉਹਨਾਂ ਨੇ ਆਪ ਜੀ ਦੇ ਮੁਖੋਂ ਸੁਣਿਆ ਨਾ ਵੀ ਯੁੱਧ ਕਰਨਾ ਪਵੇਗਾ, ਜੀਵਨ ਹੇਤ ਭਾ ਧੀਰਜ ਹਰਨੋ। ਮਹਾਰਾਜ ਉਹ ਡਰ ਗਏ ਹੈ, ਜਿਉਂਦੇ ਰਹਿਣਾ ਚਾਹੁੰਦੇ ਸੀ, ਇਸ ਕਰਕੇ ਭੱਜ ਗਏ ਹਨ। ਬਿਕਸ ਬਦਨ ਅਰਬਿੰਦ ਬਖਾਨਾ। ਵੇਖੋ ਮਹਾਰਾਜ ਗੁੱਸੇ 'ਚ ਨਹੀਂ ਆਏ। ਆਖੋ ਵਾਹਿਗੁਰੂ। ਵਾਹਿਗੁਰੂ। ਸੱਚੇ ਪਾਤਸ਼ਾਹ ਨਾ ਮੁਸਕਰਾਉਣ ਲੱਗ ਪਏ ਜੀ ਸੁਣ ਕੇ। ਪੂਰੀ ਤਿਆਰੀ ਮਹਾਰਾਜ ਦੀ, ਐ ਕਲਗੀ ਵੀ ਸਜਾਈ, ਜਾਮਾ ਪਾਇਆ, ਤਿਆਰ ਬਰ ਤਿਆਰ। ਤੇ ਮਹਾਰਾਜ ਮੁਸਕਰਾ ਕੇ ਨਾ ਕਹਿਣ ਲੱਗੇ, ਬਚਨ ਕਰਨ ਲੱਗੇ, ਦੇਖਿਓ ਭਲੇ ਕਿ ਨਹਿ ਸੋ ਥਾਨਾ। ਮਹਾਰਾਜ ਕਹਿਣ ਲੱਗੇ ਚੰਗੀ ਤਰ੍ਹਾਂ ਥਾਂ ਵੇਖੀ ਸੀਗੀ ਉਹਨਾਂ ਦੀ, ਚੰਗੀ ਤਰ੍ਹਾਂ ਵੇਖਣਾ ਸੀ ਪਹਿਲਾਂ। ਹਾਂਜੀ। ਗਏ ਭਾਜ ਸਗਲੇ ਇੱਕ ਬਾਰੀ। ਫਿਰ ਸਤਿਗੁਰੂ ਕਹਿੰਦੇ ਸਾਰੇ ਹੀ ਭੱਜ ਗਏ ਨੇ, ਇੱਕੋ ਵਾਰੀ ਭੱਜ ਗਏ ਸਾਰੇ। ਕਹਿਣ ਲੱਗੇ ਹਾਂਜੀ। ਰਹਿਓ ਕਿ ਨਹਿ ਕੋ ਧੀਰਜ ਧਾਰੀ। ਉਹ ਕੋਈ ਵੀ ਨਹੀਂ ਰਿਹਾ ਉਹਨਾਂ ਚੋਂ। ਮਹਾਰਾਜ ਕਹਿਣ ਲੱਗੇ ਕੋਈ ਤਾਂ ਹੌਸਲੇ ਵਾਲਾ ਹੋਏਗਾ। ਰਾਖਿਓ ਬੀਜ ਕੇ ਉਖਰਿਓ ਸਾਰੇ। ਮਹਾਰਾਜ ਕਹਿਣ ਲੱਗੇ ਬੀਜ ਰੱਖਿਆ ਕਿ ਸਾਰਾ ਰੁੱਖ ਹੀ ਪੁੱਟਿਆ ਗਿਆ ਹੈ ਉਦਾਸੀਆਂ ਦਾ। ਹਾਂਜੀ। ਹੁਤੋ ਸਾਰ ਕਹਿ ਫੋਕਟ ਕਿਆਰੇ। ਮਹਾਰਾਜ ਕਹਿਣ ਲੱਗੇ ਜਿੰਨੀ ਫਸਲ ਸੀਗੀ ਸਭ ਫੋਕੜ ਝਾੜਾ ਹੀ ਸੀਗਾ। ਕਹਿਣ ਲੱਗੇ ਕੁਛ ਵੀ ਨਹੀਂ ਸੀਗਾ। ਹਾਂਜੀ। ਸੁਨ ਸਿੱਖਨ ਕਰ ਜੋਰ ਉਚਾਰਾ। ਹਾਂਜੀ। ਸਭਨ ਮਹੰਤ ਏਕ ਤਨ ਭਾਰਾ। ਮਹਾਰਾਜ ਸੱਚੇ ਪਾਤਸ਼ਾਹ ਸਿੱਖ ਕਹਿਣ ਲੱਗਾ ਹੱਥ ਜੋੜ ਕੇ, ਮਹਾਰਾਜ ਸਾਰੇ ਉਦਾਸੀ ਭੱਜ ਗਏ ਨੇ, ਪਰ ਉਹਨਾਂ ਦਾ ਮਹੰਤ ਹੈਗਾ ਜੀ। ਸਾਧ ਸੰਗਤ ਜੀ ਉਹਨਾਂ ਦੇ ਮਹੰਤ ਦਾ ਸਰੀਰ ਬੜਾ ਭਾਰਾ ਸੀਗਾ ਜੀ। ਹਾਂਜੀ।
ਮੁੰਦਰਿਤ ਲੋਚਨ ਕਰ ਥਿਰ ਹੋਵਾ। ਗਰੀਬ ਨਵਾਜ ਜੋ ਅੱਖਾਂ ਬੰਦ ਕਰਕੇ ਬੈਠੇ ਹਨ, ਚੇਲਨ ਕੋ ਵਾਕ ਨਾ ਜੋਵਾ। ਉਹਨਾਂ ਨੂੰ ਨਹੀਂ ਆਪਣੇ ਚੇਲਿਆਂ ਦਾ ਪਤਾ ਹੋਣਾ ਵੀ ਚੇਲੇ ਭੱਜ ਗਏ ਨੇ ਸਾਰੇ। ਹਾਂਜੀ, ਨਾਮ ਕਿਰਪਾਲ ਮਨਹੁ ਸ਼ਿਵ ਬੈਸਾ। ਮਹਾਰਾਜ ਉਹਨਾਂ ਦਾ ਨਾਮ ਕਿਰਪਾਲ ਉਦਾਸੀ ਹੈ, ਮਹੰਤ ਹੈ। ਐਨ ਸਮਾਧੀ ਲਾ ਕੇ ਬੈਠੇ ਜਿਵੇਂ ਸ਼ਿਵ ਜੀ ਬੈਠਦਾ। ਸਾਧ ਸੰਗਤ ਜੀ, ਸਰੀਰ ਦੇ ਵੀ ਭਾਰੇ ਸੀ ਤੇ ਬੈਠੇ ਹੀ ਰਹਿੰਦੇ ਸੀਗੇ। ਅੱਜ ਵੀ ਪਾਉਂਟਾ ਸਾਹਿਬ ਉਹ ਪੱਥਰ ਹੈਗਾ ਜੀ, ਜਿੱਥੇ ਇਹ ਮਹੰਤ ਜੀ ਬੈਠਦੇ ਹੁੰਦੇ ਸੀ, ਪੱਥਰ ਵਿੱਚ ਡੂੰਘ ਪੈ ਗਿਆ। ਸਾਧ ਸੰਗਤ ਜੀ, ਡੂੰਘ ਪਿਆ ਹੋਇਆ ਜੀ, ਜਿੱਥੇ ਬਹਿੰਦੇ ਸੀ ਨਾ ਜੀ, ਉੱਥੇ ਡੂੰਘ ਪਿਆ। ਇੰਨੀ ਅਚਲ ਸਮਾਧੀ ਲੱਗਦੀ ਹੁੰਦੀ ਸੀ ਜੀ ਇਹਨਾਂ ਦੀ। ਹਿਲ ਬੈਠੇ ਤੇ ਬੈਠੇ ਹੀ ਰਹਿਣਾ ਜੀ। ਹਾਂਜੀ, ਥਿਰਿਓ ਅਡੋਲ ਸਮਾਧੀ ਹੈਸਾ। ਮਹਾਰਾਜ ਉਹ ਮਹੰਤ ਜੀ ਜਿਹੜੇ ਆ ਨਾ, ਉਹ ਅਡੋਲ ਸਮਾਧੀ ਵਿੱਚ ਬੈਠੇ ਹਨ। ਕਲਗੀ ਧਰ ਸ਼੍ਰੀ ਮੁਖ ਮੁਸਕਾਨੇ। ਮਹਾਰਾਜ ਦੂਜੀ ਵਾਰੀ ਫਿਰ ਮੁਸਕਰਾ ਪਏ। ਆਹਾ, ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਮੇਰੇ ਬਾਜਾਂ ਵਾਲੇ ਸਤਿਗੁਰੂ ਜਦੋਂ ਮੁਸਕਰਾਉਂਦੇ ਹੋਣੇ ਆ, ਕਿੱਡੇ ਸੋਹਣੇ ਲੱਗਦੇ ਹੋਣਗੇ ਮਹਾਰਾਜ। ਸੱਚੇ ਪਾਤਸ਼ਾਹ ਮੁਸਕਰਾ ਪਏ ਦੂਜੀ ਵਾਰੀ, ਤੇ ਮੁਸਕਰਾ ਕੇ ਭਏ ਪ੍ਰਸੰਨ ਕਿਰਪਾ ਰਸ ਸਾਨੇ। ਐਨ ਕਿਰਪਾ ਦੇ ਰਸ ਚ ਭਰੇ ਪਏ ਸੱਚੇ ਪਾਤਸ਼ਾਹ ਜੀ ਖੁਸ਼ ਹੋਏ ਹਨ। ਰਹਿਓ ਮੂਲ ਤਉ ਸਭ ਕਿਛ ਹੋਵੈ, ਸ਼ਾਖਾ ਪੱਤਰ ਫੂਲ ਫਲ ਜੋਵੈ। ਮਹਾਰਾਜ ਕਹਿਣ ਲੱਗੇ, ਅੱਛਾ ਮਹੰਤ ਰਹਿ ਪਿਆ? ਕਹਿੰਦੇ ਹਾਂ ਮਹਾਰਾਜ, ਮਹੰਤ ਰਹਿ ਗਿਆ। ਮਹਾਰਾਜ ਕਹਿੰਦੇ ਕੋਈ ਨਹੀਂ, ਜੜ ਫਿਰ ਹੈਗੀ ਹੈ ਜੀ। ਜਦੋਂ ਜੜ ਹੋਵੇ ਨਾ, ਟਾਹਣੀਆਂ ਪੱਤੇ ਫੁੱਲ ਫਿਰ ਹੋ ਜਾਂਦੇ। ਮਹਾਰਾਜ ਕਹਿਣ ਲੱਗੇ ਜੜ ਨਹੀਂ ਪੁੱਟੀ ਜਾਣੀ ਚਾਹੀਦੀ। ਹਾਂਜੀ, ਜੇ ਕਰ ਜਰ ਉਖਰਤ ਇਸ ਬਾਰਾ। ਜੇ ਹੁਣ ਸਾਰੇ ਭੱਜ ਜਾਂਦੇ, ਫਿਰ ਸਮਝੋ ਜੜ ਪੁੱਟੀ ਜਾਣੀ ਸੀ ਇਹਨਾਂ ਦੀ, ਜੜ ਉਖੜ ਜਾਣੀ ਸੀ। ਬਾਹਰ ਨਾ ਬਨਤੋ ਕਛੂ ਆਕਾਰਾ। ਤੇ ਜੇ ਜੜ ਉਖੜ ਜਾਵੇ, ਫਿਰ ਬਾਅਦ ਚੋਂ ਕੁਝ ਵੀ ਨਹੀਂ ਬਣਦਾ। ਉਹ ਪੌਦਾ ਸੁੱਕ ਜਾਂਦਾ ਹੈ, ਉਹਦਾ ਮੁੜ ਕੱਖ ਨਹੀਂ ਬਣਦਾ। ਹਾਂਜੀ, ਗੁਰ ਘਰ ਤੇ ਜਾਤੇ ਇਹ ਟੂਟ। ਹਾਂਜੀ। ਭੇਖ ਨਾ ਚਲਤ ਹੋਤ ਹੈ ਹੂਟ। ਮਹਾਰਾਜ ਕਹਿਣ ਲੱਗੇ ਚੰਗਾ ਹੋਇਆ ਮਹੰਤ ਕਿਰਪਾਲ ਜੀ ਹੈਗੇ ਨੇ, ਨਹੀਂ ਤੇ ਸਾਰੇ ਉਦਾਸੀਆਂ ਨੇ ਗੁਰੂ ਘਰੋਂ ਟੁੱਟ ਜਾਣਾ ਸੀਗਾ। ਆਖੋ ਸ੍ਰੀ ਵਾਹਿਗੁਰੂ। ਅੱਛਾ ਮਹਾਰਾਜ ਕਿਉਂ ਭਲਾ ਇੰਨੇ ਖੁਸ਼ ਹੋਏ ਜੀ ਵੀ ਮਹੰਤ ਜੀ ਹੈਗੇ? ਕਿਉਂ ਖੁਸ਼ ਹੋਏ? ਕਿਉਂਕਿ ਇਹ ਉਦਾਸੀ ਬਾਬਾ ਸ਼੍ਰੀ ਚੰਦ ਜੀ ਦੇ ਚੇਲੇ ਸਨ ਜੀ। ਮਹਾਰਾਜ ਇਹਨਾਂ ਨੂੰ ਵੱਖ ਨਹੀਂ ਕਰਨਾ ਚਾਹੁੰਦੇ ਜੀ। ਇੱਕ ਸਮਾਂ ਇਹੋ ਜਿਹਾ ਆਇਆ ਜਦੋਂ ਖਾਲਸਾ ਜੰਗਲਾਂ 'ਚ ਹੀ ਰਿਹਾ, ਉਦਾਸੀ ਤੇ ਨਿਰਮਲਿਆਂ ਨੇ ਹੀ ਸਾਧ ਸੰਗਤ ਜੀ ਗੁਰ ਅਸਥਾਨਾਂ ਦੀ ਸੇਵਾ ਕੀਤੀ ਹੈ ਜੀ। ਦੇਣ ਬੜੀ ਹੈ ਇਹਨਾਂ ਦੀ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਚੰਗਾ ਹੋਇਆ, ਨਹੀਂ ਤਾਂ ਟੁੱਟ ਜਾਣੇ ਸੀ। ਜਬ ਲਗ ਹੈ ਜਿਸ ਕੋ ਸਿਰ ਕਾਇਮ, ਜਗ ਜਾਣੈ ਤਬ ਲੈ ਜੰਗ ਦਾਇਮ। ਮਹਾਰਾਜ ਕਹਿਣ ਲੱਗੇ ਜਦੋਂ ਸਰਦਾਰ ਕਾਇਮ ਹੋਵੇ, ਸਿਰ ਕਾਇਮ ਹੋਵੇ, ਫਿਰ ਚੜ੍ਹਦੀ ਕਲਾ ਹੀ ਰਹਿੰਦੀ ਹੈ। ਕਹਿਣ ਲੱਗੇ ਹਾਂਜੀ, ਹੁਕਮ ਸੁਨਤ ਨਹੀਂ ਜਾਓ ਜਾਹੋ ਅਬੈ ਤਿਹ ਲਿਹੋ ਬੁਲਾਈ। ਜਾਓ। ਮਹਾਰਾਜ ਕਹਿਣ ਲੱਗੇ ਕਿਰਪਾਲ ਚੰਦ ਉਦਾਸੀ ਨੂੰ ਲੈ ਕੇ ਆਵੋ। ਰੱਖੀ ਭੇਖ ਕੀ ਲਾਜ ਬਡਾਈ। ਭਾਈ ਉਹਨੇ ਉਦਾਸੀ ਭੇਖ ਦੀ ਲਾਜ ਰੱਖ ਲਈ ਹੈ, ਨਹੀਂ ਤੇ ਲਾਜ ਲੱਗ ਜਾਣੀ ਸੀ। ਹੁਕਮ ਸੁਨਤ ਗੁਰ ਕੋ ਸਿੱਖ ਗਇਓ। ਗੁਰੂ ਕਾ ਸਿੱਖ ਮਹਾਰਾਜ ਦਾ ਹੁਕਮ ਸੁਣ ਕੇ ਗਿਆ। ਧਿਆਨ ਬਿਖੈ ਥਿਤ ਦੇਖਤ ਭਇਓ। ਜਿੱਥੇ ਮਹੰਤ ਕਿਰਪਾਲ ਚੰਦ ਜੀ ਸਾਧ ਸੰਗਤ ਜੀ ਧਿਆਨ ਲਾ ਕੇ ਅਡੋਲ ਬੈਠੇ ਸਨ, ਅੰਗ ਹਿਲਾਏ ਸਮਾਧ ਛੁਟੇਰੀ। ਗੁਰੂ ਕੇ ਸਿੱਖ ਨੇ ਉਹਨਾਂ ਦਾ ਅੰਗ ਹਿਲਾਏ ਜੀ, ਗੋਡੇ ਤੋਂ ਫੜ ਕੇ ਹਿਲਾਇਆ, ਉਹਨਾਂ ਦੀ ਸਮਾਧੀ ਖੁੱਲੀ। ਬਿਕਸੇ ਲੋਚਨ ਜੁਤ ਅਰੁਨਾਈ। ਭਜਨ 'ਚ ਬੈਠੇ ਸੀ, ਅੱਖਾਂ ਖੋਲੀਆਂ, ਨੇਤਰ ਖੋਲੇ। ਮਸਤਕ ਟੇਕ ਕਹਿਓ ਸਿੱਖ ਤਬੈ। ਸਿੱਖ ਨੇ ਮੱਥਾ ਟੇਕਿਆ ਜੀ ਉਹਨਾਂ ਨੂੰ ਤੇ ਬੇਨਤੀ ਕੀਤੀ, ਤੁਮ ਕੋ ਪ੍ਰਭੂ ਹਕਾਰਤ ਅਬੈ। ਮਹੰਤ ਜੀ ਆਪ ਜੀ ਨੂੰ ਪ੍ਰਭੂ ਜੀ, ਪਾਤਸ਼ਾਹ ਜੀ
ਸਤਿਗੁਰੂ ਜੀ ਸੱਦ ਰਹੇ ਹਨ। ਕਰਤ ਉਤਾਇਲ ਮੋਹਿ ਪਠਾਇਓ। ਮਹਾਰਾਜ ਨੇ ਬੜੀ ਕਾਹਲੀ ਨਾਲ ਮੈਨੂੰ ਭੇਜਿਆ ਆਪ ਜੀ ਕੋਲ। ਇਸ ਕਾਰਨ ਤੇ ਧਿਆਨ ਛੁਟਾਇਓ। ਇਸ ਕਰਕੇ ਤੁਹਾਡਾ ਧਿਆਨ ਜਿਹੜਾ ਸਮਾਧੀ ਜਿਹੜੀ ਹੈ ਉਹ ਮੈਂ ਹਲਾਈ ਹੈ। ਜਾਂ ਤੇ ਸ਼ਿਮਾ ਮੋਹਿ ਪਰ ਧਰੀਐ ਹੈ। ਮਾਫੀ ਬਖਸ਼ਿਓ, ਤੁਹਾਡੀ ਸਮਾਧੀ ਜਿਹੜੀ ਉਹ ਮੈਂ ਹਲਾਈ ਹੈ। ਸ਼੍ਰੀ ਸਤਿਗੁਰ ਕੇ ਨਿਕਟ ਸਿਧਰੀਐ ਪਰ ਹੈ। ਮਹਾਰਾਜ ਦਾ ਹੁਕਮ ਹੈ ਛੇਤੀ ਸਤਿਗੁਰੂ ਜੀ ਕੋਲ ਪਹੁੰਚੋ। ਮਹਾਰਾਜ ਤਾਂ ਤਿਆਰ ਪਰ ਤਿਆਰ ਖਲੋਤੇ ਸੀਗੇ ਜੀ। ਹਾਂਜੀ, ਤਤ ਛਿਨ ਉਠਿਓ ਹੁਕਮ ਸੁਨ ਗੁਰ ਕੋ। ਵਾਹ ਵਾਹ ਵਾਹ, ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਸਰੀਰ ਬੜਾ ਭਾਰਾ ਸੀ ਉਹਨਾਂ ਦਾ ਜੀ। ਮਹੰਤ ਜੀ ਦਾ ਸਰੀਰ ਬਹੁਤ ਭਾਰਾ ਸੀ, ਪਰ ਕਹਿੰਦੇ ਅੱਛਾ ਮੈਨੂੰ ਮਹਾਰਾਜ ਨੇ ਸੱਦਿਆ? ਕਹਿੰਦੇ ਜੀ ਹਾਂ। ਉਸੇ ਵੇਲੇ ਹੀ ਉੱਠ ਖਲੋਤੇ ਜੀ। ਹਾਂਜੀ, ਕੇ ਹਰ ਸਮ ਉਤਸ਼ਾਹਤ ਉਰ ਕੋ। ਕਹਿਣ ਲੱਗੇ ਸ਼ੇਰ ਵਰਗਾ ਉਤਸ਼ਾਹ ਸੀ ਇਹਨਾਂ ਦੇ ਹਿਰਦੇ ਵਿੱਚ। ਸ਼ੀਗਰ ਕਰਤ ਗੁਰ ਨਿਕਟ ਸਿਧਾਰਾ। ਤੇ ਐਨ ਛੇਤੀ ਕਰਦਿਆਂ ਕਦਮਾਂ ਦੀ ਗਤੀ ਛੇਤੀ ਕੀਤੀ, ਮਹਾਰਾਜ ਦੇ ਚਰਨਾਂ 'ਚ ਪਹੁੰਚੇ। ਪਹੁੰਚਿਓ ਦਰਸ਼ਨ ਚਾਰ ਨਿਹਾਰਾ। ਤੇ ਜਾ ਕੇ ਗਰੀਬ ਨਵਾਜ ਦੇ ਸੋਹਣੇ ਦਰਸ਼ਨ ਕੀਤੇ। ਕਲਗੀ ਸਜਾਈ, ਸ਼ਸਤਰ ਸਜਾਏ, ਤਿਆਰ ਬਰ ਤਿਆਰ ਮਾਲਕ ਗੁਰੂ ਗੋਬਿੰਦ ਸਿੰਘ ਖਲੋਤੇ ਹਨ। ਦੋਨੋਂ ਹਾਥ ਜੋੜ ਕਰ ਨਮੋ। ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ। ਆਏ ਮਿਲੇ ਬੈਠਿਓ ਤਿਹ ਸਮੋ। ਮਹਾਰਾਜ ਵੇਖ ਕੇ ਬੈਠ ਗਏ। ਇਹਨਾਂ ਨੂੰ ਵੀ ਲਾਗੇ ਬਿਠਾ ਲਿਆ। ਦੀਰਗ ਜਟਾ ਜੂਟ ਸਿਰ ਬਾਂਧਾ। ਐ ਸਿਰ ਬਾਧਾ। ਸਾਧ ਸੰਗਤ ਜੀ, ਸਿਰ ਤੇ ਲੰਮੀਆਂ ਲੰਮੀਆਂ ਜਟਾਵਾਂ ਸੀ ਜਿਨ੍ਹਾਂ ਦਾ ਜੂੜਾ ਕੀਤਾ ਸੀ। ਰੋਕ ਰਖੀਕਨ ਮਨ ਜਿਹ ਸਾਧਾ। ਐ ਆਪਣੀਆਂ ਇੰਦਰੀਆਂ ਰੋਕ ਕੇ ਮਨ ਨੂੰ ਤਨ ਨੂੰ ਸਾਧਿਆ ਹੋਇਆ ਸੀ। ਸਰਬ ਅੰਗਨ ਮਹਿ ਲੱਗੀ ਵਿਭੂਤ। ਸਾਰੇ ਸਰੀਰ ਦੇ ਅੰਗਾਂ ਤੇ ਸਵਾਹ ਮਲੀ ਹੋਈ ਸੀ। ਸ਼ੋਭਤ ਮਨੋ ਦਤ ਅਵਧੂਤ। ਕਹਿੰਦੇ ਮਾਨੋ ਦੱਤਾਤਰੇయ ਵਰਗੇ ਅਵਧੂਤ ਮਹਾਂਪੁਰਖ ਸਨ। ਤਪ ਕੋ ਤੇਜ ਦਿਪਤ ਹੈ ਐਸੇ। ਤਪ ਬੜਾ ਕਰਦੇ। ਤਪ ਦਾ ਪ੍ਰਭਾਵ ਜਿਹੜਾ ਇਹਨਾਂ ਦੇ ਸਰੀਰ ਉੱਤੇ ਨਜ਼ਰ ਆ ਰਿਹਾ ਹੈ। ਰਿਖੀਨ ਮਹਿ ਘਟ ਨੰਦਨ ਜੈਸੇ। ਹਾਂ, ਰਿਖੀਆਂ ਵਿੱਚੋਂ ਸਮਝੋ ਵੀ ਅਗਸਤ ਮੁਨੀ ਵਰਗੇ ਹੋਣ। ਬ੍ਰਹਮਚਰਜ ਮਹਿ ਬਡੋ ਸੁਪੱਤਾ। ਬ੍ਰਹਮਚਾਰੀ ਸੀਗੇ। ਆਖੋ ਵਾਹਿਗੁਰੂ। ਵਾਹਿਗੁਰੂ। ਐਨ ਬ੍ਰਹਮਚਰਜ ਵਿੱਚ ਬੜੇ ਪੱਕੇ ਸਨ। ਗੁਰ ਕੇ ਚਰਨ ਨਾਮ ਰਸ ਮੱਤਾ। ਔਰ ਮਹਾਰਾਜ ਦੇ ਚਰਨਾਂ ਵਿੱਚ ਨਾਮ ਰੰਗ ਵਿੱਚ ਮਹੰਤ ਜੀ ਰੰਗੇ ਪਏ ਸਨ। ਕਰ ਪੱਗ ਕੇ ਨਖ ਵਧੇ ਵਿਸਾਲਾ। ਹੱਥਾਂ ਪੈਰਾਂ ਦੇ ਨਹੁੰ ਬੜੇ ਬੜੇ ਵਧੇ ਹੋਏ ਸੀਗੇ ਜੀ। ਹਾਂਜੀ, ਕਸੀ ਕੁਪੀਨ ਦਿਪਟ ਵੱਡ ਭਾਲਾ। ਐ ਲੱਕ ਨਾਲ ਲੰਗੋਟ, ਫਿਰ ਕੁਪੀਨ ਸਾਧ ਸੰਗਤ ਕੱਸ ਕੇ ਬੰਨੀ ਹੋਈ ਸੀ। ਇੱਕ ਤੁੰਬਾ ਹਿਤ ਪੀਵਨ ਬਾਰੀ। ਇੱਕ ਤੁੰਬਾ ਇਹ ਉਦਾਸੀ ਮਹਾਂਪੁਰਖ ਰੱਖਦੇ ਆ ਪਾਣੀ ਪੀਣ ਵਾਸਤੇ ਜੀ। ਉਹ ਤੁੰਬਾ ਕੋਲ ਸੀ। ਕੁਤਕਾ ਗਹੇ ਹਾਥ ਮੈਂ ਭਾਰੀ। ਤੇ ਸਰੀਰ ਤੇ ਭਾਰਾ ਸੀ। ਇੱਕ ਕੁਤਕਾ ਵੱਡਾ ਛੋਟਾ ਡਾਂਗ ਜਿਹਦੇ ਸਹਾਰੇ ਤੁਰਦੇ ਆ, ਉਹ ਕੁਤਕਾ ਇਹਨਾਂ ਦੇ ਹੱਥ ਵਿੱਚ ਸੀ। ਸ਼ਮਸ ਬਦਨ ਪਰ ਚਮਕਤ ਐਸੀ। ਹਾਂ, ਸ਼ਮਸ ਬਦਨ ਪਰ ਚਮਕਤ ਹੈ। ਮੁੱਖ ਉੱਤੇ ਦਾੜਾ ਜਿਹੜਾ ਹੈ ਉਹ ਬੜਾ ਸੋਹਣਾ ਪ੍ਰਕਾਸ਼ ਰਿਹਾ ਹੈ। ਬਸਤਰ ਬਹੀਨ ਦਿਗੰਬਰ ਰਹੈ। ਤੇ ਬਸਤਰ ਨਹੀਂ ਸੀ ਪਾਉਂਦੇ, ਬਸ ਲੱਕ ਨੂੰ ਲੰਗੋਟ ਹੀ ਦੀ। ਤੇ ਕੁਪੇਨ ਤੇ ਹੱਥ 'ਚ ਉਹ ਸਲੋਤਰ ਫੜਿਆ ਹੁੰਦਾ ਸੀਗਾ ਜੀ। ਹਾਂਜੀ, ਤਨ ਸਥੂਲ ਅਰ ਪੇਟ ਵਿਸਾਲਾ। ਸਰੀਰ ਮੋਟਾ, ਪੇਟ ਵੀ ਮੋਟਾ ਹੈ। ਲਾਂਬੀ ਭੁਜਾ ਮਹਾਬਲ ਵਾਲਾ। ਲੰਮੀਆਂ ਲੰਮੀਆਂ ਬਾਹਾਂ ਨੇ, ਸਰੀਰ ਵਿੱਚ ਬਲ ਬੜਾ ਹੈ। ਸਤਿਗੁਰ ਸਨਮੁਖ ਮਹਿਦ ਸੁਹਾਇਓ। ਵਾਹ ਵਾਹ ਵਾਹ। ਭਾਈ ਸੰਤੋਖ ਸਿੰਘ ਜੀ ਨੇ ਨਕਸ਼ਾ ਖਿੱਚਿਆ। ਕਹਿੰਦੇ ਮਹਾਰਾਜ ਬੈਠੇ, ਮਹੰਤ ਜੀ ਹੋਣੀ ਵੀ ਆ ਕੇ ਬੈਠ ਗਏ। ਮਹਾਰਾਜ ਦੇ ਸਾਹਮਣੇ ਬੈਠੇ ਬੜੇ ਫੱਬ ਰਹੇ ਹਨ। ਮਾਨੋ ਗਿਆਨ ਢਿੱਗ ਤਪ ਚਲ ਆਇਓ। ਹਾਂ, ਮਾਨੋ ਗੁਰੂ ਸਾਹਿਬ ਗਿਆਨ ਦਾ ਰੂਪ ਨੇ, ਮਹੰਤ ਜੀ ਤਪ ਦਾ ਰੂਪ ਨੇ। ਗਿਆਨ ਦੇ ਕੋਲ ਤਪ ਆ ਕੇ ਬਹਿ ਗਿਆ ਹੋਵੇ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਵੇਖੋ ਕਈਆਂ ਦਾ ਨਾ ਤਪ ਹੁੰਦਾ, ਸੇਵਾ ਹੁੰਦੀ, ਨਾ ਕਿਸੇ ਸਾਧੂ ਦੀ ਸੰਗਤ ਕੀਤੀ ਹੁੰਦੀ ਹੈ। ਸਾਧ ਸੰਗਤ ਜੀ ਨਾ ਮਹਾਰਾਜ ਦੇ ਦੱਸੇ ਨਿਯਮ ਹੀ ਉਹ ਨਿਭਾਉਂਦੇ ਹੈ, ਤੇ ਨਾ ਕੋਈ ਵਿਸ਼ੇਸ਼ ਮਰਿਆਦਾ, ਕੁਛ ਵੀ ਨਹੀਂ ਹੁੰਦਾ ਜੀ। ਹਾਂਜੀ, ਤੇ ਕੋਈ ਗਿਆਨ ਵੀ ਨਹੀਂ ਹੁੰਦਾ ਧਰਮ ਦਾ ਜੀ। ਮਹਾਰਾਜ ਗਿਆਨ ਰੂਪ ਨੇ।
ਹਾਂਜੀ, ਇਹ ਤਪ ਰੂਪ ਹਨ। ਕਿਦੋ ਵਿਸ਼ਨ ਕੇ ਦਰਸ਼ਨ ਕਾਰਨ। ਕਹਿਣ ਲੱਗੇ ਮਾਨੋ ਵਿਸ਼ਨੂੰ ਭਗਵਾਨ ਦੇ ਦਰਸ਼ਨਾਂ ਵਾਸਤੇ ਮਹਾਦੇਵ ਬੈਠਿਓ ਰਿਪੁਦਾਰਨ। ਕਹਿਣ ਲੱਗੇ ਕਾਮ ਦਾ ਵੈਰੀ ਸ਼ਿਵ ਜੀ ਆ ਕੇ ਜਿਵੇਂ ਬਹਿ ਜਾਂਦੇ ਹਨ, ਜਿਵੇਂ ਸ਼ਿਵ ਆ ਕੇ ਬਹਿੰਦੇ ਹਨ, ਐਸਾ ਮਨੋਹਰ ਨਜ਼ਾਰਾ ਬਣਿਆ ਹੈ। ਰਾਮਚੰਦ ਢਿਗ ਕਿਦੋਂ ਅਗਸਤ। ਕਿਤੇ ਐਵੇਂ ਜਿਵੇਂ ਰਾਮਚੰਦਰ ਜੀ ਕੋਲ ਅਗਸਤ ਮੁਨੀ ਆ ਕੇ ਬੈਠੇ ਸਨ। ਇਮ ਅਵਲੋਕਤ ਸਿੱਖ ਸਮਸਤ। ਗੁਰੂ ਕੇ ਸਿੱਖ ਐਵੇਂ ਹੀ ਵੇਖ ਰਹੇ ਆ। ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਪਾਤਸ਼ਾਹਾਂ ਦੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲ ਮਹੰਤ ਕਿਰਪਾਲ ਦਾਸ ਜੀ ਆ ਕੇ ਐਵੇਂ ਬੈਠ ਗਏ ਹਨ। ਅੱਗੋਂ ਕਥਾ ਕੱਲ ਨੂੰ ਸਰਵਣ ਕਰਾਂਗੇ। ਜੋ ਬਚਨ ਹੋਣਗੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਜਪੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਗਰੀਬ ਨਵਾਜ ਮਿਹਰ ਕਰਨਾ, ਭੁੱਲਾਂ ਦੀ ਮਾਫੀ ਬਖਸ਼ਿਓ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ